ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਰੈਂਟ ਤੇ ਦੇਣ ਤੋਂ ਪਹਿਲਾਂ ਤੁਸੀਂ 100 ਵਾਰੀ ਸੋਚੋ। ਕੰਪਲੇਂਟਸ ਆਉਂਦੀਆਂ ਸੀ ਵੀ ਇੱਥੇ ਬਹੁਤ ਜ਼ਿਆਦਾ ਮਿਊਜ਼ਿਕ ਇਹਨਾਂ ਦਾ ਵੱਜਦਾ, ਬਹੁਤ ਜ਼ਿਆਦਾ ਇਹ ਟੱਪਦੇ ਨੇ, ਰੌਲਾ ਪਾਉਂਦੇ ਆ, ਕਦੇ ਉਹ ਬਾਹਰ ਖੜ ਕੇ ਦਾਰੂ ਪੀਂਦੇ ਆ, ਕਦੇ ਬਾਹਰ ਇੱਧਰ ਦਾਰੂ ਪੀਂਦੇ ਆ। ਤੇ 20 25 ਬੰਦੇ ਰਹੇ ਆ, ਕਈ ਵਾਰੀ ਜ਼ਿਆਦਾ ਵੀ ਰਹੇ ਜਿੱਥੇ ਤੱਕ, ਕਿਉਂਕਿ ਰਾਤ ਨੂੰ ਮੈਂ 1-2 ਵਾਰੀ ਆਇਆ ਤੇ ਸਿਟੀ ਵਾਲੇ ਵੀ ਆਏ ਇੱਥੇ, ਕਈ ਵਾਰੀ ਉਹਨਾਂ ਦੀਆਂ ਕਾਰਾਂ ਵੀ ਟੁੱਟੀਆਂ। ਮੈਨੂੰ ਇੱਥੇ ਤੱਕ ਪਤਾ ਲੱਗਿਆ ਵੀ 1-2 ਵਾਰੀ ਤਾਂ ਕਿਰਪਾਨਾਂ ਵੀ ਚੱਲੀਆਂ। ਤੇ ਉਹ ਜਿਹੜਾ ਅਕਾਲੀ ਲੀਡਰ ਦਾ ਭਤੀਜਾ ਸੀ ਕਹਿੰਦਾ ਤੂੰ ਮੂਵ ਕਰ ਨਹੀਂ ਸਕਦਾ। MLA ਨੂੰ, MP ਨੂੰ, ਸਾਰਿਆਂ ਨੂੰ ਮੈਂ ਈਮੇਲ ਕੀਤੀ ਵੀ ਇੱਥੇ ਦੇ ਹਾਲਾਤ ਆਹ ਨੇ, ਮੇਰੇ ਘਰ ਦੇ ਆਹ ਹਾਲਾਤ ਨੇ, ਵੀ ਮੈਂ ਉਹਨਾਂ ਨੇ ਇੱਕੋ ਗੱਲ ਕਹੀ ਜੀ ਅਸੀਂ ਕੁਛ ਨਹੀਂ ਕਰ ਸਕਦੇ। ਪਿਛਲੇ 10 ਮਹੀਨੇ ਤੋਂ ਸਾਨੂੰ ਕੋਈ ਉਹਨਾਂ ਦੇ ਇੱਕ ਪੈਨੀ ਵੀ ਨਹੀਂ ਆਈ, ਨਾ ਉਹਨਾਂ ਨੇ ਬਿੱਲ ਬੱਤੀਆਂ ਦਿੱਤੀਆਂ। ਇਹਨਾਂ ਦੀ PR ਰੋਕੀ ਜਾਵੇ ਤੇ ਇਹਨਾਂ ਦੇ ਉੱਤੇ ਹਰਾਸਮੈਂਟ ਦਾ ਕੇਸ ਦਰਜ ਕੀਤਾ ਜਾਵੇ। ਦੋਸਤੋ, ਕੈਨੇਡਾ ਵਿੱਚ ਹਰ ਕੋਈ ਕਹਿੰਦਾ ਹੈ ਕਿ ਸਾਡਾ ਆਪਣਾ ਘਰ ਹੋਵੇ। ਬੜੀ ਮਿਹਨਤ ਨਾਲ ਬੜੀਆਂ ਕਮਾਈਆਂ ਕਰਕੇ ਘਰ ਲਏ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਰੱਖਿਆ ਜਾਵੇ, ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਲੀਨੀਅੰਟ ਰਵੋ, ਉਹਨਾਂ ਦੇ ਨਾਲ ਆਪਣਾ ਮੁਲਕ ਛੱਡ ਕੇ ਆਏ ਨੇ। ਪਰ ਇੱਥੇ ਆ ਕੇ ਕਈ ਅੰਤਰਰਾਸ਼ਟਰੀ ਵਿਦਿਆਰਥੀ ਅਜਿਹਾ ਖਲਾਰਾ ਪਾਉਂਦੇ ਨੇ ਕਿ ਬਾਕੀਆਂ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਘਰ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਘਰ ਲੀਜ਼ ਤੇ ਦਿੱਤਾ ਗਿਆ ਸੀ। ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਘਰ ਹੈ। ਛੱਡਣ ਵੇਲੇ ਕਿਸ ਤਰੀਕੇ ਨਾਲ ਉਹ ਛੱਡ ਕੇ ਗਏ ਨੇ ਤੁਹਾਨੂੰ ਅੱਜ ਦਿਖਾ ਰਹੇ ਹਾਂ, ਤੇ ਨਾਲ ਹੀ ਘਰ ਦੇ ਮਾਲਕ ਨਾਲ ਗੱਲਬਾਤ ਕਰਦੇ ਹਾਂ ਘਰ ਦੀ ਇਹ ਦਸ਼ਾ ਤੋਂ ਦੁਰਦਸ਼ਾ ਕਿਵੇਂ ਹੋਈ। ਸੋ ਚੱਲਦੇ ਹਾਂ ਜੀ ਘਰ ਅੰਦਰ। ਆਇਆ ਜੀ ਉਹ ਘਰ ਜਿਹੜਾ ਕਿ ਰੈਂਟ ਤੇ ਦਿੱਤਾ ਗਿਆ ਸੀ ਲੀਜ਼ ਲਈ 1 ਸਾਲ ਦੀ, ਤੇ ਘਰ ਦੇ ਮਾਲਕ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਮਦਰਦ TV ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੀ ਇੱਕ ਛੋਟੀ ਜਿਹੀ ਆਵਾਜ਼ ਤੇ ਤੁਸੀਂ ਬਹੁਤ ਜਲਦੀ ਮੇਰੇ ਘਰ ਦੇ ਵਿੱਚ ਚਰਨ ਪਾਏ, ਤੇ ਤੁਸੀਂ ਸਾਰੇ ਜੋ ਵੀ ਹਾਲਾਤ ਨੇ ਘਰ ਦੇ ਤੁਹਾਡੇ ਸਾਹਮਣੇ ਨੇ। ਇੱਕ ਸਟਾਰਟਿੰਗ ਤੋਂ ਥੋੜਾ ਜਿਹਾ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਇਹ ਤੁਹਾਡੇ ਕੋਲ ਆਏ ਸੀ, ਇਹ ਇੰਟਰਨੈਸ਼ਨਲ ਸਟੂਡੈਂਟ ਸੀ ਜਾਂ ਕੀ ਸੀ, ਇਹਨਾਂ ਸਟੇਟਸ ਕੀ ਸੀ? ਹਾਂਜੀ, ਇਹ ਸਾਰੇ ਪੜ੍ਹਦੇ ਸੀਗੇ। ਹਾਂਜੀ। ਕਿੰਨੇ ਜਣੇ ਸੀ ਕੁੱਲ ਜਿਨ੍ਹਾਂ ਨੂੰ ਤੁਸੀਂ ਇਹ ਘਰ ਦਿੱਤਾ ਸੀ? ਇਹ 4 ਜਣਿਆਂ ਨੂੰ ਅਸੀਂ ਘਰ ਦਿੱਤਾ ਸੀ, ਤੇ 4 ਜਣੇ ਬੜੇ ਪਿਆਰ ਨਾਲ ਗੱਲ ਕਰਦੇ ਸੀ, ਬਾਪੂ ਜੀ ਕਹਿ ਕੇ ਬੜੀ ਰਿਸਪੈਕਟ ਕਰ। ਮੈਂ ਫਿਰ ਐਕਚੁਅਲੀ ਅਸੀਂ 6 ਮਹੀਨੇ ਬਾਅਦ ਗੇੜਾ ਮਾਰੀਦਾ ਸੀ, ਕਿਉਂਕਿ ਮੇਰਾ ਉੱਥੇ ਬਿਜ਼ਨਸ ਹੈ ਵਿੰਡਜ਼ਰ ਦੇ ਵਿੱਚ, ਤੇ ਮੈਂ ਉੱਥੋਂ ਆ ਨਹੀਂ ਸਕਦਾ ਕਿਉਂਕਿ ਇੱਥੋਂ 4 ਘੰਟੇ ਦੀ ਡਰਾਈਵ ਆ, ਤੇ ਹੁਣ ਮੇਰੀ ਉਮਰ ਵੀ ਹੋ ਗਈ ਕਿ ਬੰਦਾ ਥੱਕ ਜਾਂਦਾ। 4 ਘੰਟੇ ਜਾਣ, 4 ਘੰਟੇ ਆਉਣ, ਫਿਰ ਜਾ ਕੇ ਦੂਜੇ ਦਿਨ ਫਿਰ ਕੰਮ ਕਰਨਾ ਵਾ, ਤੇ ਇਸ ਕਰਕੇ ਮੇਰੇ ਕੋਲ ਆ ਨਹੀਂ ਸੀ ਹੁੰਦਾ, ਤੇ ਮੈਂ 6 ਮਹੀਨੇ ਆਉਂਦੇ ਹੀ ਨਹੀਂ ਸੀ। ਤੁਹਾਨੂੰ ਇਹ ਪ੍ਰੋਪਰ ਰੈਂਟ ਦਿੰਦੇ ਸੀ ਜਦੋਂ ਲੀਜ਼ ਤੇ ਲਿਆ ਸੀ? ਤੁਹਾਡੇ ਕੋਲ ਡਾਕੂਮੈਂਟਸ ਵਗੈਰਾ ਸਾਰੇ ਹੋਣ? ਹਾਂਜੀ, ਸਾਡੇ ਕੋਲ ਸਾਰੇ ਡਾਕੂਮੈਂਟ ਨੇ, ਇਹਨਾਂ ਦੇ ਡਰਾਈਵਿੰਗ ਲਾਇਸੈਂਸ ਨੇ, ਇਹਨਾਂ ਦੀ ਆਈਡੀਆਂ ਹੈਗੀਆਂ ਸਾਰੀਆਂ, ਤੇ ਇਹ ਪ੍ਰੋਪਰ ਰੈਂਟ ਦਿੰਦੇ ਰਹੇ ਆ। ਜਦੋਂ ਕੋਵਿਡ ਆਇਆ, ਕੁਦਰਤੀ ਮੈਂ ਅਚਾਨਕ ਘਰ ਦੇ ਵਿੱਚ ਆਇਆ ਤਾਂ ਘਰ ਦੇ ਵਿੱਚ ਖਲਾਰਾ ਬਹੁਤ ਸੀ। ਮੈਂ ਕਿਹਾ ਵੀ ਤੁਹਾਡੇ ਕੰਪਲੇਂਟਾਂ ਦਾ ਮੈਂ ਬਹੁਤ ਸੁਣੀਆਂ ਸੀਗੀਆਂ, ਪਰ ਮੈਂ ਇਗਨੋਰ ਕਰ ਦਿੰਦਾ ਵੀ ਚੱਲ ਬੱਚੇ ਆ, ਵੀ ਕੋਈ ਗੱਲ ਨਹੀਂ। ਕੰਪਲੇਂਟਸ ਕਾਹਦੀਆਂ ਆਉਂਦੀਆਂ? ਕੰਪਲੇਂਟਸ ਆਉਂਦੀਆਂ ਸੀ ਵੀ ਇੱਥੇ ਬਹੁਤ ਜ਼ਿਆਦਾ ਮਿਊਜ਼ਿਕ ਇਹਨਾਂ ਦਾ ਵੱਜਦਾ, ਬਹੁਤ ਜ਼ਿਆਦਾ ਇਹ ਟੱਪਦੇ ਨੇ, ਰੌਲਾ ਪਾਉਂਦੇ ਆ, ਕਦੇ ਉਹ ਬਾਹਰ ਖੜ ਕੇ ਦਾਰੂ ਪੀਂਦੇ ਆ, ਕਦੇ ਬਾਹਰ ਇੱਧਰ ਦਾਰੂ ਪੀਂਦੇ ਆ, ਤੇ ਇੱਥੇ ਪਾਰਟੀਆਂ ਹਰ ਹਫ਼ਤੇ ਹੁੰਦੀਆਂ ਸੀ। ਤੇ ਮੈਂ ਕਿਹਾ ਵੀ ਚੱਲ ਬੱਚੇ ਆ, ਅਸੀਂ ਵੀ ਕਿਸੇ ਟਾਈਮ ਆਏ ਸੀ, ਸਾਨੂੰ ਵੀ ਨਹੀਂ ਸੀ ਪਤਾ, ਪਰ ਕੋਈ ਗੱਲ ਨਹੀਂ, ਮੈਂ ਇਗਨੋਰ ਕਰਦਾ ਰਿਹਾ। ਪਰ ਜਦੋਂ ਬਹੁਤ ਜ਼ਿਆਦਾ ਮੈਂ ਦੇਖਿਆ ਡੈਮੇਜ ਹੋਇਆ, ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਹੁਣ ਮੇਰੀ ਬੱਸ ਹੋ ਗਈ, ਵੀ ਮੈਂ ਤਾਂ ਅਫੋਰਡ ਵੀ ਨਹੀਂ ਕਰ ਸਕਦਾ, ਵੀ ਤੁਸੀਂ ਮੂਵ ਹੋ ਜਾਓ। ਕੰਪਲੇਂਟਸ ਜਿਹੜੀਆਂ ਸੀ ਗੁਆਂਢੀ ਕਰਦੇ ਸੀ, ਉਹ ਪੁਲਿਸ ਨੂੰ ਜਾਂਦੀਆਂ ਸੀ ਜਾਂ ਤੁਹਾਡੇ ਕੋਲ ਡਾਇਰੈਕਟ? ਸਾਡੇ ਕੋਲ ਆਉਂਦੀਆਂ ਸੀ, ਤੇ ਕਿਉਂਕਿ ਆਲੇ ਦੁਆਲੇ ਵਾਲੇ ਜਾਣਦੇ ਆ, ਤੇ ਜਾਣ ਕਰਕੇ ਉਹ ਰਿਸਪੈਕਟ ਵੀ ਕਰਦੇ ਹੈਗੇ ਆ, ਤੇ ਸਿਟੀ ਵਾਲਿਆਂ ਕੋਲ ਵੀ ਗਈਆਂ, ਸਿਟੀ ਵਾਲੇ ਵੀ ਆਏ ਇੱਥੇ, ਕਈ ਵਾਰੀ ਉਹਨਾਂ ਦੀਆਂ ਕਾਰਾਂ ਵੀ ਟੁੱਟੀਆਂ। ਮੈਨੂੰ ਇੱਥੇ ਤੱਕ ਪਤਾ ਲੱਗਿਆ ਵੀ 1-2 ਵਾਰੀ ਤਾਂ ਕਿਰਪਾਨਾਂ ਵੀ ਚੱਲੀਆਂ। ਇੱਥੇ ਮੇਰੇ ਖਿਆਲ ਪੱਥਰ ਵੀ, ਕਿਤੇ ਮੇਰੀ ਵਾਈਫ ਦੱਸਦੀ ਸੀ ਇੱਕ ਝੋਲਾ ਭਰਿਆ ਪਿਆ, ਵੀ ਪੱਥਰ ਕਾਹਦੇ ਵਾਸਤੇ ਰੱਖੇ ਇੱਥੇ ਮੈਨੂੰ ਨਹੀਂ ਪਤਾ। ਇੱਥੇ ਮੈਨੂੰ ਇੱਕ ਦਿਨ ਮੇਰਾ ਥੱਲੇ ਇੱਕ ਟੈਨੈਂਟ ਰਹਿੰਦਾ ਸੀਗਾ, ਉਹਨੇ ਮੈਨੂੰ ਫੋਨ ਕੀਤਾ, ਤੇ ਉਹ ਕਹਿੰਦਾ ਭਾਜੀ ਅੱਜ ਇੱਥੇ ਕਿਰਪਾਨਾਂ ਚੱਲੀਆਂ, ਤੇ ਕਿਰਪਾਨਾਂ ਦੇ ਨਾਲ ਤੁਸੀਂ ਦੇਖੋ ਸਾਰੇ ਸ਼ੀਸ਼ੇ ਤੋੜੇ ਪਏ ਆ, ਉਹਨਾਂ ਦੀ ਗੱਡੀ ਵੀ ਤੋੜ ਕੇ ਚਲੇ ਗਏ, ਵਾਕਈ ਟੁੱਟੀ ਸੀ। ਮੈਂ ਪੁਲਿਸ ਨੂੰ ਕਾਲ ਕੀਤੀ, ਪੁਲਿਸ ਵਾਲਿਆਂ ਨੇ ਸਿਟੀ ਨੂੰ ਕਾਲ ਕੀਤੀ, ਵਾਈਲਾ ਵਾਲਿਆਂ ਨੂੰ, ਉਹ ਆਏ ਤੇ ਉਹਨਾਂ ਨੇ ਸਾਰਾ ਕੁਝ ਦੇਖਿਆ ਵੀ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਆ, ਤੇ ਉਹ ਉਹਨਾਂ ਨੂੰ ਫਿਰ ਮੂਵ ਕਰਾ ਕੇ ਗਏ। ਦੂਏ ਦਿਨ ਮੈਂ ਆਇਆ, ਤੇ ਜਦੋਂ ਦੂਏ ਦਿਨ ਉਹਨਾਂ ਨੇ ਮੈਨੂੰ ਬੁਲਾਇਆ, ਫੋਨ ਕੀਤਾ, ਤੇ ਜਦੋਂ ਮੈਂ ਉਹਨਾਂ ਨੂੰ ਸਾਰੀ ਸਥਿਤੀ ਦੱਸੀ ਵੀ ਭਾਈ ਇਹ ਤਾਂ ਮੈਨੂੰ ਵੜਨ ਨਹੀਂ ਦਿੰਦੇ, ਵੀ ਮੈਂ ਇਹਨਾਂ ਨੂੰ ਨੋਟਿਸ ਦਿੱਤਾ ਹੋਇਆ, ਵੀ ਮੇਰਾ ਟੈਨੈਂਟ ਬੋਰਡ ਦੇ ਵਿੱਚ ਮੈਂ ਇਹਨਾਂ ਨੂੰ ਨੋਟਿਸ ਮੈਂ ਦੁਬਾਰਾ ਵੀ ਤੁਹਾਡੇ ਸਾਹਮਣੇ ਦੇ ਦਿੰਦਾ, ਮੈਂ ਕੁਦਰਤੀ ਨਾਲ ਲਿਆ ਸੀ, ਤੇ ਮੈਂ ਉਹਨਾਂ ਦੇ ਸਾਹਮਣੇ ਵੀ ਦੇਤਾ
ਤੇ ਦਿੱਤਾ ਤੇ ਮੈਨੂੰ ਮੈਨੂੰ ਕਹਿੰਦਾ ਤੂੰ ਅੰਦਰੋਂ ਘਰ ਦੇਖਿਆ? ਮੈਂ ਕਿਹਾ ਵੀ ਮੈਂ ਨਹੀਂ ਦੇਖਿਆ ਕਿਉਂਕਿ ਮੈਨੂੰ ਵੜਨ ਨਹੀਂ ਦਿੰਦੇ। ਕਹਿੰਦਾ ਚੱਲ ਫਿਰ ਮੇਰੇ ਨਾਲ। ਮੈਂ ਉਹ ਬੰਦੇ ਨੇ ਸਾਰੀਆਂ ਫੋਟੋਆਂ ਖਿੱਚੀਆਂ, ਦੇਖ ਕੇ ਗਿਆ, ਮੈਨੂੰ ਕਹਿੰਦਾ ਮੈਨੂੰ ਠੀਕ ਕਰਾ ਦੇ। ਮੈਂ ਦੇਖ ਰਹੀ ਹਾਂ ਜਿਵੇਂ ਮੈਂ ਕੈਮਰਾਮੈਨ ਨੂੰ ਕਹੂੰਗੀ ਨਾਲ ਦੀ ਨਾਲ ਫੋਕਸ ਕਰਨ। ਆ ਕੰਧਾਂ ਦੇ ਵਿੱਚ ਜਿਵੇਂ ਦੇਖ ਰਹੀ ਹਾਂ ਪਾੜ ਪਏ ਹੋਏ ਨੇ, ਸਾਰਾ ਕੁਝ ਟੁੱਟਿਆ ਹੋਇਆ ਜਾਂ ਉੱਥੇ ਜਿਸ ਤਰੀਕੇ ਨਾਲ ਡੈਮੇਜ ਕੀਤਾ ਹੋਇਆ। ਘਰ ਜਦੋਂ ਤੁਸੀਂ ਛੱਡ ਕੇ ਗਏ ਸੀ, ਜਦੋਂ ਤੁਸੀਂ ਲੀਜ਼ ਤੇ ਦਿੱਤਾ ਸੀ, ਉਦੋਂ ਵੀ ਕੀ ਐਦਾਂ ਸੀ ਜਾਂ ਮਾੜਾ ਮੋਟਾ ਸੀ ਜਾਂ ਇਸ ਤੋਂ ਸਹੀ ਹਾਲਾਤ 'ਚ? ਜੀ ਨਾ, ਬਿਲਕੁਲ ਨਵਾਂ ਪੇਂਟ ਸੀ, ਨਵਾਂ ਫਲੋਰ ਸੀ। ਅੰਪਲਾਈਐਂਸਸ ਦੇਖੋ ਸਟੈਂਡਰਡ ਸਟੀਲ ਦੇ ਅੰਪਲਾਈਐਂਸਸ ਨੇ ਤੇ ਨਾਲ ਕਿਚਨ 'ਚ ਵੀ ਚੱਲਦੇ ਆ ਤੇ ਸਟੈਂਡਰਡ ਸਟੀਲ ਦੇ ਅੰਪਲਾਈਐਂਸਸ ਨੇ। ਹਰ ਚੀਜ਼ ਮੈਂ ਵਧੀਆ ਪਵਾ ਕੇ ਦੇ ਕੇ ਗਿਆ ਸੀ। ਮੇਰੇ ਕੋਲ ਫੋਟੋਆਂ ਨੇ ਬਕਾਇਦਾ। ਉਦੋਂ ਕੁਦਰਤੀ ਇਹਨਾਂ ਦੀ ਕੰਪਲੇਂਟ ਹੋਈ ਸੀਗੀ ਸਿਟੀ ਨੂੰ, ਤੇ ਸਿਟੀ ਵਾਲਿਆਂ ਨੇ ਇਹਨਾਂ ਦੀ ਕੰਪਲੇਂਟ ਦੇ ਲੋਕਾਂ ਨੇ ਕੰਪਲੇਂਟ ਕੀਤੀ ਵੀ ਭਾਈ ਬਾਹਰ ਗਾਰਬੇਜ ਬਹੁਤ ਆ, ਵੀ ਇੱਥੇ ਗੰਦ ਬਹੁਤ ਆ, ਇੱਥੇ ਰੋਜ਼ ਮਿਊਜ਼ਿਕ ਖੜਕਦਾ। ਤੇ ਸਿਟੀ ਵਾਲਿਆਂ ਨੇ ਕੀ ਕੀਤਾ ਕਿ ਇਹਨਾਂ ਨੂੰ ਚਾਰਜ ਕੀਤਾ। ਉਹ ਹੁਣ ਚਾਰਜ ਕੀਤਾ ਤੇ ਉਹ ਨਾ ਮੇਰੇ ਤੇ ਪਾਤਾ ਉਹਨਾਂ ਨੇ ਸਾਰਾ ਕੁਝ। ਤੇ ਉਹ ਇਹਦੀਆਂ ਫੋਟੋਆਂ ਲੈ ਗਏ ਸੀ ਕੁਦਰਤੀ ਸਿਟੀ ਵਾਲੇ। ਜਦੋਂ ਇਹਨਾਂ ਨੂੰ ਦਿੱਤਾ ਤਾਂ ਉਦੋਂ ਮਹੀਨੇ ਕੁ ਬਾਅਦ ਇਹ ਸਾਰਾ ਤੁਸੀਂ ਦੇਖੋਗੇ, ਮੈਂ ਤੁਹਾਨੂੰ ਫੋਟੋਆਂ ਦਿਖਾਊਂਗਾ ਬਕਾਇਦਾ। ਬ੍ਰੈਂਡ ਨਿਊ ਕੰਧਾਂ, ਬ੍ਰੈਂਡ ਨਿਊ ਪੇਂਟ ਆ, ਕਿਤੇ ਕੋਈ ਦਾਗ ਨਹੀਂ, ਕੋਈ ਕੁਛ ਨਹੀਂ, ਐਨ ਵਧੀਆ ਫਲੋਰ ਚਮਕਦਾ, ਆ ਵੀ ਚਮਕਦੇ, ਉਹ ਵੀ ਮਹੀਨੇ ਤੇ ਐਨ ਵਧੀਆ ਹਰ ਚੀਜ਼। ਉਹ ਮੇਰੇ ਕੋਲ ਫੋਟੋਆਂ ਪਈਆਂ ਨੇ ਸਪੈਸ਼ਲ। ਤੇ ਕਿਉਂਕਿ ਸਿਟੀ ਵਾਲੇ ਤਾਂ ਝੂਠ ਨਹੀਂ ਬੋਲ ਸਕਦੇ, ਸਿਟੀ ਵਾਲਿਆਂ ਦੀਆਂ ਫੋਟੋਆਂ ਝੂਠ ਨਹੀਂ ਬੋਲ ਸਕਦੀਆਂ। ਤੇ ਉਹਨਾਂ ਨੇ ਉਹ ਫੋਟੋ ਜਿਹੜੀ ਪੂਰੀ ਐਲਬਮ ਸੀ ਉਹ ਐਡੀ ਸੀ, ਕਿਉਂਕਿ ਪੂਰੇ ਘਰ ਦੀਆਂ ਬਾਥਰੂਮਾਂ ਦੀਆਂ ਉਹਨਾਂ ਨੇ ਫੋਟੋਆਂ ਲਈਆਂ। ਤੇ ਉਹ ਬੰਦੇ ਦੀ ਵੀ ਆਈਡੀ ਲਈ, ਜਿਹੜਾ ਲੀਡਰ ਦਾ ਭਤੀਜਾ ਸੀ, ਉਹਦੀ ਵੀ ਫੋਟੋ ਨਾਲ ਲਈ ਉਹਨੇ। ਤੇ ਉਹ ਬੰਦਾ ਉਦੋਂ ਲੀਜ਼ ਤੇ ਨਹੀਂ ਸੀ ਤੇ ਸਾਨੂੰ ਨਹੀਂ ਸੀ ਪਤਾ ਕੌਣ ਆ। ਤੇ ਉਹ ਵੈਸੇ ਹੀ ਰਹਿ ਰਿਹਾ ਸੀ। ਹੁਣ ਅਸੀਂ ਕਦੇ ਕੇਅਰ ਨਹੀਂ ਕੀਤੀ ਵੀ ਚੱਲ ਬੱਚੇ ਆ, ਵੀ ਕੋਈ ਗੱਲ ਨਹੀਂ, ਆਪਣੇ ਬੱਚਿਆਂ ਵਾਂਗੂ ਹੀ ਆ। ਤੇ ਸਿਟੀ ਉਹ ਜਿਹੜੀਆਂ ਫੋਟੋਆਂ ਮੈਂ ਤੁਹਾਨੂੰ ਦਿਖਾਣਾ, ਹਰ ਚੀਜ਼ ਤੁਸੀਂ ਆਪ ਖੁਦ ਮਹਿਸੂਸ ਕਰੋਗੇ। ਮੈਨੂੰ ਦੱਸਣ ਦੀ ਵੀ ਲੋੜ ਨਹੀਂ ਪੈਣੀ ਵੀ ਉਹ ਘਰ ਤੇ ਅੱਜ ਦਾ ਘਰ ਕਿੰਨਾ ਕੁ ਫਰਕ ਆ। ਤੁਸੀਂ ਕਿਹਾ ਕਿ ਪਹਿਲਾਂ ਉਹ ਵਧੀਆ ਤੁਹਾਡੇ ਨਾਲ ਟਰੀਟ ਕਰਦੇ ਸੀ, ਤੁਹਾਨੂੰ ਵਧੀਆ ਰਿਸਪੈਕਟ ਦਿੰਦੇ ਸੀ। ਅਚਾਨਕ ਐਵੇਂ ਦਾ ਕੀ ਹੋਇਆ ਕਿ ਆਹ ਸਭ ਕੁਝ ਜਿਹੜਾ ਆ ਇਹਦਾ ਨਤੀਜਾ ਨਿਕਲਿਆ ਕਿ ਘਰ ਨੂੰ ਪੂਰਾ ਡੈਮੇਜ ਕਰ ਗਏ ਉਹ? ਉਹਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਮੈਂ ਅਚਾਨਕ ਸਵੇਰੇ ਘਰੇ ਆਇਆ ਤੇ ਮੈਨੂੰ ਕਿਉਂਕਿ ਮੇਰੇ ਤਾਂ ਕੋਈ ਕੰਮ ਆਇਆ ਸੀ, ਕਿਉਂਕਿ ਸਾਨੂੰ ਉੱਥੋਂ ਕਾਰ ਵਾਸ਼ ਦਾ ਕੋਈ ਬਿਜ਼ਨਸ ਦਾ ਪਾਰਟ ਦਾ ਕੋਈ ਲੈਣਾ ਹੋਵੇ ਤਾਂ ਸਾਨੂੰ ਟੋਰਾਂਟੋ ਆਉਣਾ ਪੈਂਦਾ। ਤੇ ਮੈਂ ਕੁਦਰਤੀ ਮੈਂ ਕਿਹਾ ਚੱਲ ਮੈਂ ਘਰ ਵੀ ਗੇੜਾ ਮਾਰ ਲੈਣਾ। ਤੇ ਮੈਂ ਕੁਦਰਤੀ ਦਰਵਾਜ਼ਾ ਖੋਲ੍ਹਿਆ ਤੇ ਮੈਂ ਸਿੱਧਾ ਹੀ ਉੱਪਰ ਆ ਗਿਆ। ਜਦ ਦੇਖਿਆ ਤਾਂ ਵਾਲ ਖਿਲਰੇ ਪਏ, ਜਿੱਦਾਂ ਆਹ ਲਿਬੜਿਆ ਤਿਬੜਿਆ ਇੱਦਾਂ ਹੀ। ਤੇ ਮੈਂ ਨਾ ਅਚਾਨਕ ਜਦੋਂ ਕਿਸੇ ਨੂੰ ਬੰਦੇ ਨੂੰ ਸ਼ਾਟ ਲੱਗਦਾ ਤੇ ਉਹ ਬੰਦਾ ਮੈਂਟਲੀ ਅਪਸੈਟ ਹੋ ਜਾਂਦਾ ਹੈ ਨਾ, ਕੋਈ ਵੀ ਹੋਵੇ ਚਾਹੇ। ਉਹ ਮੈਂ ਇੰਨਾ ਗੰਦ ਦੇਖ ਕੇ ਮੈਂ ਕਿਹਾ ਵੀ ਵੀਰੇ ਵੀ ਮੇਰੀ ਤਾਂ ਲਿਮਟ ਦਾ ਵੱਧ ਹੋ ਗਿਆ ਅੱਜ, ਵੀ ਤੁਸੀਂ ਪਲੀਜ਼ ਮੂਵ ਹੋ ਜਾਓ। ਤੇ ਉਹ ਜਿਹੜਾ ਅਕਾਲੀ ਲੀਡਰ ਦਾ ਭਤੀਜਾ ਸੀ ਕਹਿੰਦਾ ਤੂੰ ਮੂਵ ਕਰ ਨਹੀਂ ਸਕਦਾ। ਕਹਿੰਦਾ ਗੌਰਮੈਂਟ ਨੇ ਕਿਹਾ ਵੀ ਨਾ ਤੁਸੀਂ ਕਿਸੇ ਨੂੰ ਕੱਢ ਸਕਦੇ ਹੋ ਤੇ ਨਾ ਕਿਸੇ ਤੋਂ ਰੈਂਟ ਮੰਗ ਸਕਦੇ ਹੋ, ਤੈਨੂੰ ਪਤਾ? ਮੈਂ ਕਿਹਾ ਹਾਂਜੀ ਮੈਨੂੰ ਪਤਾ। ਇੰਨੀ ਉਹਨਾਂ ਨੇ ਗੱਲ ਕੀਤੀ ਤੇ ਉਹ ਬੜੇ ਨਾ ਅੱਖਾਂ ਟੇਢੀਆਂ ਜਿਹੀਆਂ ਨਾਲ ਕੀਤਾ। ਤੇ ਮੈਨੂੰ ਕੰਮ ਸੀਗਾ, ਮੈਂ ਵਾਪਸ ਮੁੜਨਾ ਸੀ। ਤੇ ਮੈਂ ਕਿਹਾ ਫਿਰ ਮੈਂ ਤੁਹਾਨੂੰ, ਜੇ ਤੁਸੀਂ ਨਹੀਂ ਤਾਂ ਫਿਰ ਮੈਂ ਤੁਹਾਨੂੰ ਨੋਟਿਸ ਦੇ ਦੂੰ ਭਾਈ, ਹੋਰ ਤਾਂ ਮੈਂ ਕੁਝ ਨਹੀਂ ਕਰ ਸਕਦਾ। ਕਹਿੰਦੇ ਤੇਰੇ ਵਰਗੇ ਕਈ ਆਏ ਤੇ ਕਈ ਗਏ, ਤੂੰ ਬਾਹਰ ਹੋ ਜਾ, ਸਵੇਰ ਦਾ ਟਾਈਮ ਆ, ਸਾਡਾ ਦਿਮਾਗ ਨਾ ਖਰਾਬ ਕਰ। ਤੁਸੀਂ ਜਦੋਂ ਇਹਨਾਂ ਨੂੰ ਰੱਖਿਆ ਸੀ, ਕਈ ਵਾਰੀ ਹੁੰਦਾ ਆ ਕਿ ਪੁਰਾਣਾ ਰੈਕਡ ਦੇਖਿਆ ਜਾਂਦਾ ਜਾਂ ਪੁਰਾਣੀ ਰੈਫਰੈਂਸ ਮੰਗੀ ਜਾਂਦੀ ਹੈ, ਤੁਸੀਂ ਐਵੇਂ ਦਾ ਕੁਝ ਨਹੀਂ ਦੇਖਿਆ ਕਿ ਜਿੱਥੋਂ ਪਹਿਲਾਂ ਆਏ ਨੇ ਕੋਈ ਰੈਕਡ ਵਗੈਰਾ ਇਹਨਾਂ ਦਾ? ਐਕਚੁਅਲੀ ਮੈਂ ਨਾ ਬੱਚੇ ਕਈ ਵਾਰੀ ਅਸੀਂ ਕੀ ਹੁੰਦਾ ਕਿ ਭਾਵੁਕ ਹੋ ਜਾਂਦੇ ਆ ਵੀ ਸਾਡੇ ਇੰਡੀਆ ਤੋਂ ਆਏ ਆ, ਸੈਟਲ ਹੋਣਾ ਇਹਨਾਂ ਨੇ, ਬੱਚੇ ਆ, ਵੀ ਚਲੋ ਕੋਈ ਫਰਕ ਨਹੀਂਗਾ। ਤੇ ਮੈਂ ਇਹਨਾਂ ਤੋਂ ਲਿਖਾਇਆ ਵੀ ਸੀਗਾ ਵੀ ਭਾਈ ਜੇ ਮੇਰੇ ਘਰ 'ਚ ਕੋਈ ਟੁੱਟ ਭੱਜ ਹੋਈ, ਕਹਿੰਦੇ ਅੰਕਲ ਜੀ ਅਸੀਂ ਲਿਖ ਕੇ ਦਿੰਦੇ ਹਾਂ। ਲਿਖਣ ਤੋਂ ਮੇਰੇ ਕੋਲ ਲਿਖਿਆ, ਮੈਂ ਤੁਹਾਨੂੰ ਰਿਪੋਰਟ ਉਹ ਦਿਖਾਉਣਾ, ਮੈਂ ਪ੍ਰੋਪਰ ਉਹਦੇ 'ਚ ਲਿਖਿਆ ਹੋਇਆ ਵੀ ਜੇ ਕੋਈ ਟੁੱਟ ਭੱਜ ਹੋਈ ਜਾਂ ਕੋਈ ਨੁਕਸਾਨ ਹੋਇਆ ਤਾਂ ਅਸੀਂ ਜ਼ਿੰਮੇਵਾਰ ਹਾਂ, ਅਸੀਂ ਤੁਹਾਨੂੰ ਠੀਕ ਕਰਕੇ ਦੇਵਾਂਗੇ। ਤੇ ਉਹਦੇ ਵਿੱਚ ਕੀ ਕੀਤਾ, ਬੰਦੇ ਮੁੰਡੇ ਇੰਨੇ ਚਲਾਕ ਨਿਕਲੇ। ਤੇ ਜਿਹੜਾ ਅਕਾਲੀ ਲੀਡਰ ਦਾ ਭਤੀਜਾ, ਉਹਨੇ ਨਾ ਆਪਣੇ ਸਪੈਲਿੰਗ ਨਾਂ ਦੇ ਗਲਤ ਕਰਤੇ, ਬਾਕੀਆਂ ਦੇ ਆਲਮੋਸਟ ਮੇਰੇ ਖਿਆਲ ਸਹੀ ਆ। ਤੇ ਉਹ ਇਹਨਾਂ ਨੂੰ ਮੈਂ ਦਿਖਾਇਆ ਵੀ ਆਹ ਦੇਖੋ ਵੀ ਤੁਸੀਂ ਮੈਨੂੰ ਲਿਖ ਕੇ ਦਿੱਤਾ ਹੈ, ਤੁਸੀਂ ਭੱਜ ਨਹੀਂ ਸਕਦੇ, ਵੀ ਤੁਸੀਂ ਘਰ ਮੇਰਾ ਖਰਾਬ ਕੀਤਾ। ਕਹਿੰਦੇ ਜੋ ਮਰਜ਼ੀ ਕਰ ਲੈ, ਸਾਡੇ ਸਾਈਨ ਹੀ ਨਹੀਂ। ਉਹ ਜਿਹੜਾ ਲੈਟਰ ਆ ਸਿਟੀ ਕੋਲ ਵੀ ਪਿਆ ਤੇ ਮੇਰੇ ਕੋਲ ਵੀ ਪਿਆ, ਤੇ ਅਸੀਂ ਕੋਰਟ ਦੇ ਵਿੱਚ ਵੀ ਉਹ ਸ਼ੋਅ ਕੀਤਾ ਹੋਇਆ। ਤੇ ਇਹਨਾਂ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਘਰ ਦੇ ਵਿੱਚ ਨਹੀਂ ਜੀ ਵੜਨ ਦਿੱਤਾ। ਅਸੀਂ ਨੋਟਿਸ ਦੇ ਦਿੱਤਾ ਉਹਨਾਂ ਨੂੰ, ਸਾਰਾ ਕੁਝ ਹੋਇਆ। ਫਿਰ ਦੀਵਾਲੀ ਵਾਲੇ ਦਿਨ ਫਿਰ ਪੁਲਿਸ ਇੱਥੇ ਸੱਦਣੀ ਪਈ, ਕਿਉਂਕਿ ਦੀਵਾਲੀ ਵਾਲੇ ਦਿਨ ਉਹ ਕਹਿੰਦੇ ਸੀ ਵੀ ਤੁਸੀਂ 5 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਘਰ 'ਚ ਕੋਈ ਆਵੇ ਜਾਵੇ ਨਾ। ਤੇ ਕੁਦਰਤੀ ਮੈਂ ਆਇਆ ਤੇ ਸਾਰਾ ਕੁਝ ਦੇਖਣ ਤੋਂ ਬਾਅਦ ਮੈਂ ਪੁਲਿਸ ਨੂੰ ਕਾਲ ਕੀਤੀ ਵੀ ਮੇਰੇ ਘਰ ਦੇ ਵਿੱਚ ਤਾਂ ਇੰਨੇ ਬੰਦੇ ਆ ਵੀ ਆਹ ਹਾਲਾਤ ਨੇ।
ਉਹ ਪੁਲਿਸ ਵਾਲੇ ਆਏ ਤੇ ਇਹਨਾਂ ਦੇਖ ਕੇ ਤੇ ਇਹਨਾਂ ਨੇ ਕਾਫੀ ਮੇਰੇ ਨਾਲ ਗਾਲੀ ਗਲੋਚ ਕੀਤੀ, ਧੱਕੇ ਧੁੱਕੇ ਵੀ ਮਾਰੇ, ਪਰ ਉਹ ਪੁਲਿਸ ਦੇ ਸਾਹਮਣੇ ਸਾਰਾ ਕੁਝ ਹੋਇਆ? ਹਾਂਜੀ, ਪੁਲਿਸ ਦੇ ਸਾਹਮਣੇ ਸਾਰਾ ਕੁਝ ਹੋਇਆ। ਪੁਲਿਸ ਨੇ ਕੁਝ ਨਹੀਂ ਕੀਤਾ? ਨਾ, ਕੁਝ ਵੀ ਨਹੀਂ। ਉਹ ਕਹਿੰਦੇ ਉਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਗੋਰਿਆਂ ਨੂੰ। ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬੀ ਨਹੀਂ ਆਉਂਦੀ, ਮੈਨੂੰ ਇੰਗਲਿਸ਼ ਨਹੀਂ ਆਉਂਦੀ। ਤੇ ਉਹ ਕਹਿੰਦੇ ਉਹਨੇ ਕਾਲ ਕੀਤੀ ਵੀ ਪੰਜਾਬੀ ਵਾਲਾ ਸੱਦ ਲੈਂਦੇ ਆ, ਕੋਈ ਆਇਆ ਨਹੀਂ। ਫਿਰ ਉਹ ਕਹਿੰਦੇ ਵੀ ਕੁਝ ਨਹੀਂ ਹੋ ਸਕਦਾ। ਉਹਨਾਂ ਬਕਾਇਦਾ ਉਹ ਗਾਲਾਂ ਕੱਢੀ ਗਾ ਰਹੇ ਆ, ਮੈਨੂੰ ਧਮਕੀਆਂ ਦੇ ਰਹੇ ਜਾ ਰਹੇ, ਜਾਨੋਂ ਮਾਰਨ ਦੀਆਂ। ਰਿਕਾਰਡਿੰਗ ਆ ਸਾਰੀ, ਵੀ ਤੈਨੂੰ ਅਸੀਂ ਛੱਡਣਾ ਹੈ ਨਹੀਂ, ਤੈਨੂੰ ਮਾਰ ਦੇਣਾ, ਰਾਤ ਨੂੰ ਤਾਂ ਤੂੰ ਇੱਥੇ ਹੀ ਸੌਣਾ। ਤੇ ਮੈਂ ਉਹਦੀ ਮੂਵੀ ਬਣਾਈ ਗਿਆ ਚੁੱਪ ਕਰਕੇ। ਮੈਂ ਕੋਈ ਗੱਲ ਨਹੀਂ, ਮੈਂ ਕਿਹਾ ਦੇਖੀ ਜੋ ਅੱਜ ਜੋ ਹੋਊਗਾ ਵੀ। ਉਹ ਫਿਰ ਪੁਲਿਸ ਵਾਲੇ ਚਲੇ ਗਏ, ਸਾਰਾ ਕੁਝ ਲਿਖ ਲਿਖਾ ਕੇ ਉਹਨੂੰ ਟਿਕਟ ਦੇ ਕੇ। ਉਸ ਤੋਂ ਬਾਅਦ ਉਹ ਬੰਦਾ ਫਿਰ ਥੱਲੇ ਮੈਨੂੰ ਮਾਰਨ ਆਇਆ ਤੇ ਮੈਂ ਘਬਰਾ ਗਿਆ। ਤੇ ਜਿਹੜੀ ਮਾੜੀ ਮੋਟੀ ਅੰਗਰੇਜ਼ੀ ਆਉਂਦੀ ਸੀ ਉਹ ਵੀ ਭੁੱਲ ਗਈ। ਸੱਚੀ ਗੱਲ ਤੁਹਾਨੂੰ ਦੱਸਿਆ, ਵੱਡੇ ਵੱਡਿਆਂ ਦੀ ਭੁੱਲ ਜਾਂਦੀ, ਮੈਂ ਤਾਂ ਹੈ ਨਾ। ਤੇ ਉਹ ਯੰਗ ਤੇ ਮੈਂ ਬੁੜਾ। ਤੇ ਜਦੋਂ ਉਹ ਆਏ ਮਾਰ, ਮੈਂ ਰਾਈਟ ਵੇ ਪੁਲਿਸ ਨੂੰ ਕਾਲ ਕਰਤੀ। 5 ਮਿੰਟਾਂ ਬਾਅਦ ਪੁਲਿਸ ਆਈ। ਉਹ ਜਦ ਤਾਈਂ ਆਪਣਾ ਆਰਾਮ ਨਾਲ ਪੇਜ ਜਾ ਕੇ ਸੌਂ ਗਿਆ। ਉਹਨਾਂ ਨੇ ਪੁੱਛਿਆ, ਮੈਂ ਕਿਹਾ ਜੀ ਆਇਆ ਸੀਗਾ ਵੀ ਉਹ ਮੈਨੂੰ ਮਾਰਨ ਲੱਗਿਆ ਸੀ, ਪਰ ਉਹ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਮੈਂ ਕਾਲ ਕੀਤੀ ਉਹ ਬੰਦਾ ਉੱਪਰ ਜਾ ਕੇ ਚਲਾ ਗਿਆ। ਪੁਲਿਸ ਵਾਲੇ ਫਿਰ ਮੈਨੂੰ ਪਾ ਕੇ ਚਲੇ ਗਏ। ਪੁਲਿਸ ਵਾਲਿਆਂ ਨੂੰ ਇੰਨਾ ਨਹੀਂ ਵੀ ਉਹ ਮੈਨੂੰ ਜਾਨੋਂ ਮਾਰਦੇ। ਮੈਂ ਉਹਨਾਂ ਨੂੰ ਸਮਝਾ ਰਿਹਾ ਆਪਣੇ ਵੀ ਇਹਨਾਂ ਨੇ ਇਦਾਂ ਕੀਤਾ ਮੇਰੇ ਨਾਲ, ਆਹ ਕੁਛ ਨਹੀਂ। ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ। ਕੋਈ ਕੰਪਲੇਂਟ ਕੀਤੀ ਕੋਈ ਮਿਨਿਸਟਰਸ ਨੂੰ ਜਾਂ ਇੱਥੋਂ ਦੇ ਲੋਕਲ ਕੋਈ ਕਿ ਆਹ ਸਿਚੁਏਸ਼ਨ ਇਸ ਵਕਤ ਹੈਗੀ ਆ, ਪੁਲਿਸ ਵੀ ਕੁਛ ਨਹੀਂ ਕਰ ਰਹੀ? ਹਾਂਜੀ, ਮੈਂ ਬਕਾਇਦਾ MLA ਨੂੰ ਲੈਟਰ, MP ਨੂੰ ਸਾਰਿਆਂ ਨੂੰ ਮੈਂ ਈਮੇਲ ਕੀਤੀ ਵੀ ਇੱਥੇ ਦੇ ਹਾਲਾਤ ਆਹ ਨੇ, ਮੇਰੇ ਘਰ ਦੇ ਆਹ ਹਾਲਾਤ ਨੇ ਵੀ ਮੈਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਜੀ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਕੁਛ ਨਹੀਂ ਕਰਦੇ। ਮੈਂ ਇੱਥੇ ਕੌਂਸਲਰ ਨਾਲ ਵੀ ਗੱਲ ਕੀਤੀ ਤੇ ਕੌਂਸਲਰ ਨੇ ਕਹਾ ਮੈਨੂੰ ਇੱਕ ਚਿੱਠੀ ਉਹ ਦੇਤੀ ਵੀ ਆਹ ਫਾਰਮ ਭਰ ਕੇ ਭੇਜ ਦੇ। ਤੇ ਉਹ ਫਾਰਮ ਦੇ ਤਾਂ 3 ਮਹੀਨੇ ਕੋਈ ਪਤਾ ਹੀ ਨਹੀਂ ਵੀ ਅਸੀਂ ਭੇਜਣ ਤੋਂ ਬਾਅਦ ਵੀ ਕੋਈ ਹੈ ਜਾਂ ਨਹੀਂ, ਕਿਸੇ ਨੇ ਕੋਈ ਰਿਪਲਾਈ ਨਹੀਂ, ਕੋਈ ਕੁਛ ਨਹੀਂ। ਉਸ ਤੋਂ ਬਾਅਦ ਮੈਂ ਇੱਥੇ ਦਾ ਜਿਹੜੇ ਆਪਣੇ ਕੀ ਕਹਿੰਦੇ ਆ ਆਪਾਂ ਨੂੰ ਪ੍ਰੀਮੀਅਰ ਕਹਿੰਦੇ, ਹਾਂਜੀ, ਉਹਨਾਂ ਨਾਲ ਅਸੀਂ ਈਮੇਲ ਤੇ ਕੀਤੀ। ਤੇ ਅਸੀਂ ਡਗਫੋਰਡ ਸਾਹਿਬ ਨੂੰ ਵੀ ਈਮੇਲ ਕੀਤੀ, ਸਾਡੇ ਕੋਲ ਬਕਾਇਦਾ ਰਿਕਾਰਡ ਪਿਆ। ਉਹ ਕਹਿੰਦੇ ਜੀ ਤੁਸੀਂ, ਤੁਹਾਡਾ ਥੈਂਕ ਯੂ, ਤੁਸੀਂ ਸਾਨੂੰ ਦੱਸਿਆ, ਪਰ ਤੁਸੀਂ ਟੈਂਡਰ ਬੋਰਡ 'ਚ ਜਾਓ, ਹੋਰ ਅਸੀਂ ਕੁਛ ਨਹੀਂ ਕਰ ਸਕਦੇ। ਇੰਨਾ ਕਰਨ ਤੋਂ ਬਾਅਦ ਪੁਲਿਸ ਕੋਲ ਫਿਰ ਮੈਂ ਮੀਡੀਆ ਦੇ ਵਿੱਚ ਗਿਆ, ਕਈ ਮੈਂ ਗੱਲ ਕੀਤੀ ਤੇ ਉਹਦਾ ਕੋਈ ਅਸਰ ਨਹੀਂ ਹੋਇਆ। ਹਾਰ ਕੇ ਅਚਾਨਕ ਅਸੀਂ ਇੱਥੇ ਕੰਮ ਕਰਾਉਣਾ ਸੀ ਤੇ ਅਸੀਂ ਘਰ ਦੇ ਵਿੱਚ ਆਏ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਪਾਗਲ ਬੰਦਾ ਰਹਿੰਦਾ ਇੱਥੇ। ਤੇ ਸਾਰਾ ਕੁਝ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ। ਤੁਸੀਂ ਜਿਵੇਂ ਗੱਲ ਕੀਤੀ ਆ 4 ਬੰਦਿਆਂ ਨੂੰ ਤੁਸੀਂ ਲੀਜ਼ ਤੇ ਦਿੱਤਾ ਸੀ, ਉਸ ਤੋਂ ਬਾਅਦ ਕਿੰਨੇ ਕੁ ਲੋਕੀ ਇੱਥੇ ਆ ਕੇ ਰਹਿਣ ਲੱਗੇ ਕਿ ਉਹਨਾਂ ਨੇ ਪਰਮਿਸ਼ਨ ਲਈ ਸੀ ਕਿ ਅਸੀਂ ਐਕਸਟਰਾ ਬੰਦੇ ਇੱਥੇ ਰੱਖ ਰਹੇ ਹਾਂ ਸਾਡੇ ਨਾਲ? ਤੇ 20 25 ਬੰਦੇ ਰਹੇ ਆ, ਕਈ ਵਾਰੀ ਜ਼ਿਆਦਾ ਵੀ ਰਹੇ ਜਿੱਥੇ ਤੱਕ, ਕਿਉਂਕਿ ਰਾਤ ਨੂੰ ਮੈਂ 1-2 ਵਾਰੀ ਆਇਆ ਤੇ ਆਹ ਪਲਾਜ਼ਾ ਕਾਰਾਂ ਨਾਲ ਭਰਿਆ ਹੁੰਦਾ ਸੀ। ਤੇ ਮੈਂ ਕਿਹਾ ਵੀ ਸ਼ਾਇਦ ਇਹਨਾਂ ਦੀਆਂ ਕਾਰਾਂ ਹੋਣਗੀਆਂ ਪਲਾਜ਼ੇ ਵਾਲਿਆਂ ਦੀਆਂ, ਤੇ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ। ਤੇ ਮੈਂ ਬਾਹਰੋਂ ਹੀ ਮੁੜ ਜਾਂਦਾ ਸੀਗਾ ਵੀ ਬਾਹਰੋਂ ਕੋਈ ਵਾਰੀ ਆਪਾਂ ਨੂੰ ਹੁੰਦਾ ਨਾ ਵੀ ਚੱਲ ਆਪਣੇ ਘਰ ਦੇ ਆਪਾਂ ਸ਼ਕਲ ਦੇਖ ਕੇ ਚੱਲੀਏ। ਤੇ ਬੰਦੇ ਨੂੰ ਚਾਹ ਹੁੰਦਾ ਵੀ ਮੈਂ ਆਪਣੇ ਘਰ ਦੇ ਮੂਹਰੇ ਦੀ ਦੇਖ ਕੇ ਗਿਆ ਬਾਹਰੋਂ। ਤੇ ਗੱਡੀ 'ਚ ਇੱਥੇ 2-3 ਖੜੀਆਂ ਹੁੰਦੀਆਂ ਸੀ, ਬਾਕੀ ਪਲਾਜ਼ਾ ਭਰਿਆ ਹੁੰਦਾ ਸੀ। ਉਹ ਐਂਡ 'ਤੇ ਜਦੋਂ ਮੈਨੂੰ ਪਤਾ ਲੱਗਿਆ ਵੀ 10 ਬੰਦੇ 10-12 ਬੰਦੇ ਦਿਨੇ ਕੰਮ ਤੇ ਜਾਂਦੇ ਆ ਤੇ 10-15 ਬੰਦੇ ਰਾਤ ਨੂੰ ਜਾਂਦੇ ਆ। ਸਵੇਰ ਵਾਲੇ ਜਿਹੜੇ ਹੈਗੇ ਆ ਕਾਰਾਂ ਲੈ ਜਾਂਦੇ ਆ ਤੇ ਜਿਹੜੇ ਰਾਤ ਵਾਲੇ ਆ ਉਹ ਇੱਥੇ ਗੱਡੀਆਂ ਖੜਾ ਦਿੰਦੇ ਆ। ਤੇ ਉਹ ਪਲਾਜ਼ੇ 'ਚ ਗੱਡੀਆਂ ਉਹਨਾਂ ਦੀਆਂ ਖੜੀਆਂ ਹੁੰਦੀਆਂ ਸੀ। ਤੇ ਉਹ ਇਸ ਤਰ੍ਹਾਂ ਇਹਨਾਂ ਦਾ ਸਿਲਸਿਲਾ ਚੱਲਦਾ ਸੀ। ਹੱਥੇ ਤੁਸੀਂ ਦੇਖੋ, ਮੈਂ ਤੁਹਾਨੂੰ ਦਿਖਾਉਣਾ, ਬੰਦਿਆਂ ਦੀਆਂ ਬੜੀਆਂ ਚਿੱਠੀਆਂ ਪਈਆਂ ਪੁਰਾਣੀਆਂ। ਇੱਥੇ ਕੁੜੀਆਂ ਦੀਆਂ ਆਈਡੀਆਂ ਪਈਆਂ ਨੇ, ਕਈ ਬੰਦਿਆਂ ਦੇ ਕਾਰਡ ਪਏ ਨੇ। ਤੁਸੀਂ ਆਪ ਵੀ ਹੈਰਾਨ ਹੋ ਜਾਓਗੇ ਵੀ ਇੱਕ ਪਰਸ ਇੱਥੇ ਪਿਆ ਕਿਸੇ ਦਾ, ਪਤਾ ਨਹੀਂ ਕਿਹਦਾ ਵਾ, ਉਹਦੇ 'ਚ ਕਿੰਨੇ ਹੀ ਕ੍ਰੈਡਿਟ ਕਾਰਡ ਪਏ ਆ। ਕਈ ਕੁੜੀਆਂ ਦੀਆਂ ਫੋਟੋਆਂ ਆਈਡੀਆਂ ਪਈਆਂ, ਕਈਆਂ ਦੇ ਲਾਇਸੈਂਸ ਪਏ ਆ, ਕਈਆਂ ਦੇ ਕੁਛ ਮੈਨੂੰ ਸਮਝ ਤੋਂ ਬਾਹਰ ਆ ਮੇਰੇ। ਜਿਹੜਾ ਫਰਨੀਚਰ ਇਸ ਵਕਤ ਟੁੱਟਿਆ ਪਿਆ ਵਾ, ਇਹ ਫਰਨੀਚਰ ਦੀ ਗੱਲ ਕੀਤੀ ਜਾਵੇ, ਇਹ ਉਹਨਾਂ ਦਾ ਹੀ ਆ ਜਾਂ ਇਹ ਤੁਸੀਂ? ਉਹਨਾਂ ਦਾ ਹੀ, ਸਾਰਾ ਕੁਝ ਜੋ ਵੀ ਪਿਆ ਉਹ ਉਹਨਾਂ ਦਾ ਹੀ ਆ। ਈਵਨ ਮੇਰਾ ਗਰਾਜ ਦੇ ਵਿੱਚ ਸਮਾਨ ਪਿਆ ਸੀ, ਗਰਾਜ ਤੋੜ ਕੇ ਵਿੱਚੋਂ ਵਧੀਆ ਸਮਾਨ ਕੱਢ ਕੇ ਲੈ ਗਏ। ਤੇ ਪਲੱਸ ਜਿਹੜੇ ਮੇਰੇ ਉੱਥੇ ਮਸ਼ੀਨਾਂ ਸੀਗੀਆਂ ਕੀਮਤੀ, ਕਿਉਂਕਿ ਮੇਰਾ ਕਾਰਪੈਟ ਕਲੀਨਿੰਗ ਦਾ ਬਿਜ਼ਨਸ ਸੀ, ਤੇ ਉਹਦੇ ਮਸ਼ੀਨਾਂ ਮੈਂ 2 ਇੱਥੇ ਰੱਖੀਆਂ, ਉਹ ਤੋੜ ਕੇ ਚਲੇ ਗਏ। ਤੇ ਉਹਦੇ ਵਿੱਚੋਂ ਇੱਕ ਮੋਟਰਾਂ ਕੱਢ ਕੇ ਲੈ ਗਏ, ਕਿਉਂਕਿ ਮੋਟਰਾਂ ਉਹਨਾਂ ਨੂੰ ਕਿਤੇ ਚਾਹੀਦੀਆਂ ਹੋਣੇ ਜਾਂ ਕਿਵੇਂ, ਤੁਸੀਂ ਜਾ ਕੇ ਦੇਖ ਵੀ ਸਕਦੇ ਹੋ, ਹੈ ਨਾ, ਵੀ ਸਾਰਾ ਕੁਝ ਟੁੱਟਿਆ ਭੱਜਿਆ ਪਿਆ ਤੇ ਕਿਵੇਂ ਹੈਗਾ। ਤੇ ਗਾਰਬੇਜ ਦਾ ਸਾਰਾ ਉਹਦੇ ਵਿੱਚ ਭਰ ਕੇ ਚਲੇ ਗਏ। ਸਾਲ ਦੀ ਜਦੋਂ ਲੀਜ਼ ਹੋ ਚੁੱਕੀ ਸੀ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਿਹਾ ਕਿ ਇੱਥੋਂ ਹੁਣ ਮੂਵ ਕਰ ਜਾਓ। ਉਸ ਤੋਂ ਬਾਅਦ ਤੁਸੀਂ ਕਿਹਾ ਕਿ 2-2 ਮਹੀਨੇ ਕਰਕੇ ਉਹ ਲਾਰਾ ਲਾਉਂਦੇ ਰਹੇ ਨੇ। ਉਸ ਤੋਂ ਬਾਅਦ ਕੀ ਤੁਹਾਨੂੰ ਉਹ ਰੈਂਟ ਦੇ ਰਹੇ ਸੀਗੇ? ਕਿਉਂਕਿ ਕੋਵਿਡ ਦਾ ਪੀਰੀਅਡ ਸੀ, ਸਾਨੂੰ ਪਤਾ ਕਿ ਇਵਿਕਸ਼ਨ ਨਹੀਂ ਹੋ ਸਕਦੀ, ਤੁਸੀਂ ਕੱਢ ਨਹੀਂ ਸਕਦੇ, ਪਰ ਕੀ ਤੁਹਾਨੂੰ ਉਹ ਪ੍ਰੋਪਰ ਰੈਂਟ ਦੇ ਰਹੇ ਸੀ? ਪਿਛਲੇ 10 ਮਹੀਨੇ ਤੋਂ ਸਾਨੂੰ ਕੋਈ ਉਹਨਾਂ ਦੇ ਇੱਕ ਪੈਨੀ ਵੀ ਨਹੀਂ ਆਈ, ਨਾ ਉਹਨਾਂ ਨੇ ਬਿੱਲ ਬੱਤੀਆਂ ਦਿੱਤੀਆਂ, ਨਾ ਉਹਨਾਂ ਨੇ ਕੁਛ ਦਿੱਤੇ, ਈਵਨ ਅੰਦਰ ਹੀ ਨਹੀਂ ਵੜਨ ਦਿੱਤਾ।
ਵਕੀਲ ਨਾਲ ਗੱਲ ਕੀਤੀ। ਵਕੀਲ ਕਹਿੰਦੇ ਵੀ ਤੁਸੀਂ ਨਾ ਉਹਨਾਂ ਨੂੰ ਲੀਗਲ ਨੋਟਿਸ ਦੇ ਕੇ ਤੁਸੀਂ ਅੰਦਰ ਜਾ ਸਕਦੇ ਹੋ। ਤੇ ਮੈਂ ਪੁਲਿਸ ਵਾਲਿਆਂ ਨਾਲ ਵੀ ਗੱਲ ਕੀਤੀ ਵੀ ਇਦਾਂ ਕਰਕੇ ਚੱਲੋ ਵੀ ਉਹ ਬੰਦੇ ਬਦਮਾਸ਼ ਟਾਈਪ ਆ ਵੀ 10 ਮਹੀਨੇ ਤੋਂ ਅੰਦਰ ਨਹੀਂ ਆਏ। ਜਦੋਂ ਉਹ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਨੋਟਿਸ ਦੇ ਕੇ ਸਾਨੂੰ ਫੋਨ ਕਰ ਦਿਓ ਤੇ ਅਸੀਂ ਤੁਹਾਡੇ ਵੀ ਜੇ ਐਮਰਜੈਂਸੀ ਹੋਈ ਤਾਂ ਅਸੀਂ ਆਵਾਂਗੇ, ਅਦਰਵਾਈਜ਼ ਤੁਸੀਂ ਕੋਈ ਵਾਇਲੈਂਸ ਨਾ ਕਰਿਓ ਤੇ ਨਾ ਕਿਸ ਨੂੰ ਕਰਨ ਦਿਓ ਤੇ ਤੁਸੀਂ ਬਾਹਰ ਨਿਕਲ ਜਾਓ, ਨਹੀਂ ਅੰਦਰ ਜਾਣ ਦੇਣਗੇ। ਉਹ ਅਸੀਂ ਕਿਹਾ ਜੀ ਠੀਕ ਆ। ਅਸੀਂ ਨੋਟਿਸ ਦੇਣ ਆਏ ਤੇ ਉਹ ਕੁਦਰਤੀ ਇੱਕ ਅਣਜਾਣ ਜਿਹਾ ਬੰਦਾ, ਉਹਨੇ ਡਰੱਗ ਖਾਧੀ ਹੋਈ ਤੇ ਉਹ ਅੰਦਰ ਫਿਰੇ ਤੇ ਅਸੀਂ ਉਹਨੂੰ ਨੋਟਿਸ ਫੜਾਇਆ। ਉਹ ਕਹਿੰਦਾ ਜੀ ਮੈਂ ਤਾਂ ਇੱਥੇ ਰੈਂਟ ਤੇ ਰਹਿਣਾ, ਵੀ ਮੈਨੂੰ ਤਾਂ ਓਨਰਾਂ ਨੇ ਰੱਖਿਆ। ਮੈਂ ਕਿਹਾ ਵੀ ਓਨਰ ਤਾਂ ਅਸੀਂ ਆ। ਖੈਰ ਉਹਨੇ ਸਾਡੇ ਨਾਲ ਉਦੋਂ ਕੋਈ ਗੱਲ ਨਹੀਂ ਕੀਤੀ ਤੇ ਸਾਨੂੰ ਉਹਨਾਂ ਨੇ ਬਾਹਰ ਕੱਢਤਾ ਵੀ ਤੁਸੀਂ ਚਲੇ ਜਾਓ। ਅਸੀਂ ਵੀ ਡਰਦੇ ਨਿਕਲ ਗਏ, ਕਿਉਂ ਅਸੀਂ ਹੁਣ ਬੰਦੇ ਨੂੰ ਜਾਣਦੇ ਨਹੀਂ, ਅਣਜਾਣ ਬੰਦਾ ਕੌਣ ਆ। ਅਸੀਂ ਸਵੇਰ ਦਾ ਉਹਨੂੰ 24 ਘੰਟੇ ਦਾ ਨੋਟਿਸ ਦਿੱਤਾ ਸੀਗਾ ਤੇ 24 ਘੰਟੇ ਬਾਅਦ ਅਸੀਂ ਫੇਰ ਆਏ ਵੀ ਭਾਈ ਕੁੰਡਾ ਖੋਲ। ਉਹ ਕਹਿੰਦਾ ਜੀ ਤੁਸੀਂ ਕੌਣ ਹੋ, ਅੱਜ ਤਾਂ ਤੁਹਾਨੂੰ ਜਾਣਦੇ ਨਹੀਂ। ਮੈਂ ਕਿਹਾ ਵੀ ਤੂੰ ਹੈ ਕੌਣ ਆ? ਵੀ ਘਰ ਦਾ ਮਾਲਕ ਤਾਂ ਮੈਂ। ਕਹਿੰਦਾ ਜੀ ਘਰ ਦਾ ਮਾਲਕ ਤਾਂ ਕੋਈ ਹੋਰ ਆ, ਵੀ ਉਹਨਾਂ ਨੇ ਮੇਰੇ ਤੋਂ ਰੈਂਟ ਲਿਆ ਹੋਇਆ। ਇਸ ਤਰ੍ਹਾਂ ਕਰਕੇ ਜਦੋਂ ਅੰਦਰ ਨਹੀਂ ਆਉਣ ਦਿੱਤਾ ਅਸੀਂ ਪੁਲਿਸ ਕਾਲ ਕੀਤੀ। ਅਸੀਂ ਕਿਹਾ ਵੀ ਇਸ ਬੰਦੇ ਨੂੰ ਅਸੀਂ ਜਾਣਦੇ ਨਹੀਂ ਹੈ, ਇਹ ਬੰਦਾ ਕੌਣ ਆ ਕੌਣ ਨਹੀਂ। ਚਲੋ ਜੀ ਪੁਲਿਸ ਆ ਗਈ, ਪੁਲਿਸ ਵਾਲਿਆਂ ਨੇ ਗੱਲਬਾਤ ਕੀਤੀ। ਉਹ ਕਹਿੰਦੇ ਜੀ ਮੈਂ ਤਾਂ ਇੱਥੇ ਰੈਂਟ ਤੇ ਰਹਿਣਾ, ਮੈਂ ਤਾਂ ਰੈਂਟ ਦਿੱਤਾ ਹੋਇਆ। ਜਿਸ ਬੰਦੇ ਦਾ ਉਹਨੇ ਰੈਂਟ ਤੇ ਨਾਂ ਲਿੱਤਾ ਤੇ ਉਹਨਾਂ ਨੇ ਨਾਂ ਲਿੱਤਾ ਤੇ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਕੁਛ ਨਹੀਂ ਕਰ ਸਕਦੇ, ਉਹਨੂੰ ਕੋਰਟ 'ਚ ਲੈ ਜਾਓ। ਹੁਣ ਅਸੀਂ ਕਿਹਾ ਵੀ ਜੇ ਅਸੀਂ ਕੋਰਟ ਦੇ ਵਿੱਚ ਗਏ ਤਾਂ ਸਾਲ ਹੋਰ ਖਰਾਬ ਹੋ ਜਾਣਾ, ਸਾਲ ਤੋਂ ਪਹਿਲਾਂ ਹੀ ਗਿਆ। ਵੀ ਇਹ ਬੰਦਾ ਕਹਿੰਦਾ ਮੈਂ ਇੱਥੇ ਇਕੱਲਾ ਹੀ ਰਹਿਣਾ ਤੇ ਮੈਂ $500 ਮਹੀਨੇ ਦਾ ਰੈਂਟ ਦਿੰਦਾ। ਉਹ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਉਹਦੀ। ਚਲੋ ਜੀ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਵੀ ਅਸੀਂ ਤਾਂ ਉੱਪਰ ਕੰਮ ਕਰਾਉਣਾ, ਵੀ ਅਲਾਰਮ ਲਵਾਉਣੇ ਆ ਵੀ ਇੱਥੇ ਅੰਦਰ ਅੱਗ ਲੱਗ ਗਈ, ਕੁਛ ਹੋ ਗਿਆ, ਕਿ ਵੀ ਦਰਵਾਜ਼ੇ ਟੁੱਟਾ ਪਿਆ, ਵੀ ਅਸੀਂ ਰਹਿਣਾ ਮੈਂ ਇੱਥੇ। ਜਦੋਂ ਪੁਲਿਸ ਵਾਲਿਆਂ ਨੇ ਉਹਨੂੰ ਕਿਹਾ ਵੀ ਇਹ ਤਾਂ ਤੈਨੂੰ ਕਰਾਉਣਾ ਪਊਗਾ। ਉਹ ਕਹਿੰਦਾ ਠੀਕ ਆ ਜੀ, ਤੁਸੀਂ ਆਪਣਾ ਬੰਦਾ ਲਿਆਓ, ਤੁਸੀਂ ਇਹ ਉਹ ਕਰ ਲਓ। ਤੇ ਉਹ ਇੰਨੀ ਗੱਲ ਕਹਿ ਕੇ ਅੰਦਰ ਵੜ ਗਿਆ। ਮੈਂ ਕਿਹਾ ਜੀ ਮੈਂ ਆ ਸਕਦਾ? ਨਹੀਂ ਤੁਸੀਂ ਨਹੀਂ ਆ ਸਕਦੇ ਅੰਦਰ, ਕੋਈ ਵੀ ਨਹੀਂ ਅੰਦਰ ਕਹਿੰਦਾ ਵੜ ਸਕਦਾ। ਬੜੀ ਉਹਨੇ ਧਮਕੀਆਂ ਦਿੱਤੀਆਂ ਸਾਨੂੰ। ਤੇ ਜਦੋਂ ਕੁਛ ਟਾਈਮ ਤੋਂ ਬਾਅਦ ਮੈਂ ਬਾਹਰ ਬੰਦਿਆਂ ਨਾਲ ਗੱਲ ਕਰ ਰਿਹਾ ਸੀਗਾ, ਕਿਉਂਕਿ ਸਾਰਿਆਂ ਨੂੰ ਪਤਾ ਸੀ ਮੈਂ ਅਚਾਨਕ ਆਇਆ। ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤਾ ਵੀ ਯਾਰ ਮੈਂ ਇੱਥੇ ਆਇਆ, ਵੀ ਤੁਸੀਂ ਆ ਕੇ ਮੈਨੂੰ ਉਹ ਕਹਿੰਦੇ ਸੀ ਆ ਰਹੇ ਆ ਤੇਰੇ ਕੋਲ। ਤੋਂ ਕੁਦਰਤੀ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਉਹ ਬੰਦੇ ਨੂੰ ਪਤਾ ਨਹੀਂ ਕੀ ਮਨ ਚਾਹੀ ਤੇ ਆ ਕੇ ਇੱਦਾਂ ਕੋਲ ਖੜ ਗਿਆ। ਮੈਂ ਕਿਹਾ ਵੀ ਵੀਰੇ ਵੀ ਦੇਖ ਤੈਨੂੰ ਤਾਂ ਮੈਂ ਜਾਣਦਾ ਨਹੀਂ ਹਨਾ, ਤੇਰਾ ਕੋਈ ਕਸੂਰ ਵੀ ਨਹੀਂ। ਜੇ ਤੂੰ ਰੈਂਟ ਕਿਸੇ ਨੂੰ ਦੇ ਰਿਹਾ, ਕੌਣ ਮਾਲਕ ਆ ਕੌਣ ਨਹੀਂ ਤੈਨੂੰ। ਜਿਹਨੂੰ ਬਾਅਦ ਵਿੱਚ ਤੁਸੀਂ ਕਿਹਾ ਕਿ ਜਿਹੜੇ ਕਿ ਨਸ਼ੇ ਕਰਦੇ ਸੀ, ਇੱਥੇ ਰਹਿ ਰਿਹਾ ਸੀ ਇੱਕ ਸਿੰਗਲ ਪਰਸਨ $500 ਤੇ, ਉਹ ਕਿਹੜੇ ਓਰੀਜਨ ਦਾ ਸੀ? ਇੱਧਰ ਲੱਗ ਸੀ ਜਾਂ ਫਿਰ ਇੰਡੀਅਨ ਓਰੀਜਨ? ਨਹੀਂ, ਉਹ ਬੰਦਾ ਆਪਣਾ ਪੰਜਾਬੀ ਸੀਗਾ ਤੇ ਉਹ ਇੱਥੇ ਉਹ ਕੀ ਕਹਿੰਦੇ ਹੁੰਦੇ ਜਿੱਥੇ ਉਹ ਇਕੱਲੇ ਜਿਹੇ ਬੰਦੇ ਰਹਿੰਦੇ ਸ਼ੈਲਟਰ ਹੋਮ 'ਚ, ਹਾਂ ਉੱਥੋਂ ਉਹ ਆਇਆ ਸੀ। ਸਾਨੂੰ ਕੁਛ ਨਹੀਂ ਪਤਾ ਕਿੱਥੋਂ ਆ। ਮੈਂ ਉਹਨੂੰ ਕਿਹਾ ਵੀ ਤੇਰੇ ਨਾਲ ਸਾਡਾ ਕੋਈ ਵਾਸਤਾ ਨਹੀਂ, ਵੀ ਤੈਨੂੰ ਅਸੀਂ ਨਾ ਚੰਗਾ ਕਹਿੰਦੇ ਨਾ ਮਾੜਾ ਕਹਿੰਦੇ ਭਰਾ, ਵੀ ਤੂੰ ਵੀ ਸਾਡੇ ਵਰਗਾ ਹੀ ਆ। ਵੀ ਚਲ ਕੋਈ ਨਹੀਂ, ਮੈਂ ਕਿਉਂਕਿ ਹੁਣ ਮੈਨੂੰ ਮੇਰੀ ਮਜਬੂਰੀ ਸੀ ਕਿ ਉਹਨਾਂ ਪਿਆਰ ਨਾਲ ਗੱਲ ਕਰਨੀ, ਵੀ ਕਿਸੇ ਤਰੀਕੇ ਇੱਕ ਹੈਗਾ। ਤੇ ਮੈਂ ਉਹਨੂੰ ਪਿਆਰ ਨਾਲ ਥੱਲੇ ਚਾਹ ਪਿਲਾਈ। ਮੈਂ ਕਿਹਾ ਜਾ ਯਾਰ ਆਪਾਂ ਚਾਹ ਪੀਣੇ ਤਾਂ ਕੀ ਆ, ਤੂੰ ਵੀ ਪੰਜਾਬੀ ਸਰਦਾਰ ਮੈਂ ਵੀ ਸਰਦਾਰ ਤੇ ਆਪਣਾ ਰੌਲਾ ਕਾਹਦਾ। ਉਹਨੇ ਜਦੋਂ ਚਾਹ ਪੀ ਲਈ ਉਹਦੇ ਮਨ 'ਚ ਕੀ ਆਇਆ, ਮੈਂ ਕਿਹਾ ਵੀ ਤੂੰ ਉਸਤਾਦ ਸਾਰਾ ਕੁਛ ਦੱਸ, ਤੂੰ ਰਹੀ ਜਾ, ਮੈਨੂੰ ਕੋਈ ਇਤਰਾਜ਼, ਮੈਂ ਉੱਤੇ ਵੀ ਨਹੀਂ ਜਾਂਦਾ, ਤੂੰ ਸੱਚ ਦੱਸ ਦੇ। ਉਹਨੇ ਸੱਚ ਦੱਸਿਆ, ਬਿਲਕੁਲ ਸੱਚ ਦੱਸਿਆ ਉਹਨੇ। ਮੇਰੇ ਕੋਲ ਬਕਾਇਦਾ ਉਹਦੀ ਰਿਕਾਰਡਿੰਗ ਪਈ ਆ। ਫਿਰ ਉਹਦੇ ਮਨ 'ਚ ਆਇਆ ਚਾਹ ਚੂ ਪੀਣ ਤੋਂ ਬਾਅਦ ਮੈਂ ਉਹਦੇ ਨਾਲ ਮੈਂ ਵੈਸੇ ਗੱਲ ਕੀਤੀ। ਮੈਂ ਕਿਹਾ ਤੂੰ ਫਲਾਣੇ ਮੁੰਡਿਆਂ ਦਾ ਦੋਸਤ ਨੀਗਾ? ਕਹਿੰਦਾ ਹਾਂਜੀ ਮੈਂ ਉਹਨਾਂ ਦਾ ਦੋਸਤ। ਕੁਦਰਤੀ ਸਾਰਾ ਕੁਛ ਕਹਿੰਦਾ ਹਾਂ। ਉਹਦੇ ਫਿਰ ਮਨ 'ਚ ਪਤਾ ਨਹੀਂ ਹੈ, ਕਹਿੰਦਾ ਤੁਸੀਂ ਆ ਜਾਓ ਉੱਪਰ। ਮੈਂ ਨਾ ਜੀ ਜਦੋਂ ਉੱਪਰ ਆਇਆ ਤੇ ਅੰਦਰ ਦੇਖਿਆ, ਮੁੰਡਾ ਕਹਿ ਵੀ ਮੈਂ ਤਾਂ ਮਨ ਇੱਕ ਵਾਰੀ ਇਹ ਹੋ ਗਿਆ ਵੀ ਕੁਛ ਕਰ ਦੇਵਾਂ। ਵੀ ਉਹ ਬੰਦਾ ਇੰਨਾ ਮੈਂ ਸਟਰੈਸ 'ਚ ਚਲਾ ਗਿਆ ਘਰ ਦੇ ਹਾਲਾਤ ਦੇਖ ਕੇ। ਤੇ ਵਾਈਫ ਵੀ ਮੇਰੀ ਤੇ ਅਸੀਂ ਆਪਣੇ ਨੂੰ ਬੜਾ ਸੰਭਾਲਿਆ ਮੁਸ਼ਕਲ ਨਾਲ ਤੇ ਫੋਟੋ ਖਿੱਚੀਆਂ। ਤੇ ਮੈਂ ਉਹਨੂੰ ਪਿਆਰ ਦੇ ਨਾਲ ਫਿਰ ਮੈਂ ਕਿਹਾ ਕੋਈ ਨਹੀਂ ਵੀਰੇ ਤੂੰ ਰਹਿ, ਮੈਂ ਕੰਮ ਕਰਾਂ। ਕਹਿੰਦਾ ਨਹੀਂ ਜੀ ਜਦੋਂ ਮਰਜ਼ੀ ਤੁਸੀਂ ਆਓ ਜਾਓ, ਤੁਸੀਂ ਬੰਦੇ ਬੜੇ ਨਾਈਸ ਹੋ। ਉਹ ਬੰਦਾ ਕਹਿੰਦਾ, ਮੈਂ ਕਿਹਾ ਜੀ ਠੀਕ ਆ। ਉਸ ਤੋਂ ਬਾਅਦ ਸਵੇਰ ਹੋਈ, ਮੈਂ ਉਹਨੂੰ ਸਵੇਰੇ ਠਾਲਿਆ। ਮੈਂ ਕਿਹਾ ਆ ਜਾ ਵੀ ਚਾਹ ਪੀਏ। ਤੇ ਚਾਹ ਪੀਤੇ ਤੇ ਫਿਰ ਸਾਰੇ ਮੈਂ ਆਉਣਾ ਸੀਗਾ ਮਕੈਨਿਕ ਨੂੰ। ਮੈਂ ਕਿਹਾ ਵੀ ਤੂੰ ਜਿੰਨੇ ਮੂੰਹ 'ਚੋਂ ਪੈਸੇ ਮੰਗੇਗਾ ਉਨੇ ਦਊਂਗਾ, ਵੀ ਤੂੰ ਫਟਾਫਟ ਅਲਾਰਮ ਲਾ ਦੇ। ਜੇ ਅਲਾਰਮ ਲੱਗ ਗਏ, ਇੱਕ ਤਾਂ ਮੇਰੀ ਬੇਸਮੈਂਟ ਲੀਗਲ ਹੋ ਜੂਗੀ, ਨੰਬਰ 2 ਜੇ ਅੱਗ ਲੱਗ ਗਈ ਘੱਟੋ ਘੱਟ ਅਸੀਂ ਥੱਲੇ ਸੁੱਤੇ ਪਏ ਆ, ਸਾਡਾ ਤਾਂ ਬਚਾਅ ਹੋ ਜੂ, ਪਤਾ ਲੱਗ ਜੂਗਾ। ਤੇ ਫਿਰ ਇੱਕ ਆ ਦਰਵਾਜ਼ਾ ਟੁੱਟਿਆ ਹੋਇਆ ਸੀ, ਇਹਨੂੰ ਫਟਾਫਟ ਮੈਂ ਬੰਦੇ ਨੂੰ ਕਿਹਾ ਵੀ ਤੂੰ ਮੂੰਹ ਮੰਗੇ ਪੈਸੇ ਆ, ਵੀ ਆ ਕੇ ਦਰਵਾਜ਼ਾ ਲਾ ਜਾ, ਵੀ ਸਾਡੀ ਸੇਫਟੀ ਦੀਆਂ। ਅਸੀਂ ਦਰਵਾਜ਼ਾ ਲਵਾ ਲਿਆ। ਉਸ ਤੋਂ ਬਾਅਦ ਉਹ ਬੰਦਾ ਫਿਰ ਸਾਡੇ ਨਾਲ ਥੋੜ੍ਹਾ ਜਿਹਾ ਖੁੱਲ੍ਹ ਗਿਆ। ਖੁੱਲ੍ਹ ਕੇ ਉਹਨੇ ਦੱਸਿਆ ਵੀ ਮੈਂ ਪਾਗਲ ਹਾਂ,
ਮੈਨੂੰ ਡਾਕਟਰਾਂ ਨੇ ਪਾਗਲ ਘੋਸ਼ਿਤ ਕੀਤਾ ਹੋਇਆ ਤੇ ਮੈਂ ਸ਼ੈਲਟਰ ਹੋਮ ਦੇ ਵਿੱਚ ਰਹਿਣਾ। ਤੇ ਸ਼ੈਲਟਰ ਹੋਮ 'ਚੋਂ ਇਹ ਬੰਦੇ ਮੈਨੂੰ ਸਪੈਸ਼ਲ ਲੈ ਕੇ ਆਏ ਆ ਇੱਥੇ ਰਹਿਣ ਵਾਸਤੇ। ਤੇ ਜਦੋਂ ਉਹਨੇ ਪਾਗਲ ਕਿਹਾ ਤੇ ਸਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਜੇ ਇਹਨੇ ਸਾਨੂੰ ਕੁਝ ਕਰਤਾ ਇਹਨੂੰ ਕੁਝ ਨਹੀਂ ਹੋਣਾ, ਤੇ ਜੇ ਅਸੀਂ ਇਹਨੂੰ ਕੁਝ ਕਿਹਾ ਤੇ ਪੁਲਿਸ ਨੇ ਸਾਨੂੰ ਚਾਰਜ ਕਰ ਲੈਣਾ। ਅਸੀਂ ਉਹਨੂੰ ਕੁਝ ਨਹੀਂ ਕਿਹਾ, ਉਹ ਇੱਥੇ ਘੁੰਮਦਾ ਰਿਹਾ, ਮੈਂ ਵੀ ਕੰਮ ਕਰਾਉਂਦਾ ਰਿਹਾ। ਫਿਰ ਮੈਂ ਹੋਰ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਜਿਹੜੇ ਜਾਣਦੇ ਸੀਗੇ ਉਹ ਆ ਗਏ, ਕੁਦਰਤੀ ਆਣ ਤਾਂ ਉਹ ਹੋਰ ਉਹਦੇ 'ਤੇ ਪ੍ਰਭਾਵ ਪਿਆ। ਫਿਰ ਉਹ ਮੈਨੂੰ ਕੱਲ੍ਹ ਮੈਨੂੰ ਉਹਦੇ 3 ਦਿਨ ਬਾਅਦ ਫਿਰ ਮਨ 'ਚ ਆਇਆ ਐ ਵੀ ਮੈਨੂੰ ਤੂੰ $600 ਦੇ ਦੇ, ਮੈਂ ਘਰੋਂ ਨਿਕਲ ਜਾਣਾ, ਮੈਂ ਚਲੇ ਜਾਣਾ। ਮੈਂ ਕਿਹਾ ਵੀ ਤੈਨੂੰ 600 ਦਿੱਤੇ, ਤੂੰ ਸਮਾਨ ਬਾਹਰ ਰੱਖੇਂਗਾ ਆਪਣਾ। ਇੱਕ ਉਹਦਾ ਅਟੈਚੀ ਸੀ ਤੇ ਇੱਕ ਬੈਗ ਸੀ। ਮੈਂ ਕਿਹਾ ਵੀ ਤੂੰ ਬਾਹਰ ਰੱਖੇਂਗਾ ਤੇ ਬਾਹਰ ਤੈਨੂੰ ਪੈਸੇ ਫੜਾਉਣੇ। ਤੇ ਉਹ ਬਾਹਰ ਸਮਾਨ ਰੱਖਿਆ ਉਹਨੇ ਤੇ ਉਹ ਫੜਦੇ ਦੀ ਅਸੀਂ ਫੋਟੋ ਵੀ ਖਿੱਚੀ ਆ $600 ਦੀ। ਤੇ ਫਿਰ ਕਹਿੰਦਾ ਜੀ ਮੈਨੂੰ ਸ਼ੈਲਟਰ ਹੋਮ ਛੱਡ ਗਿਆ। ਫਿਰ ਅਸੀਂ ਉਹਨੂੰ ਸ਼ੈਲਟਰ ਹੋਮ ਦੇ ਵਿੱਚ ਜਿਹੜਾ ਟੌਮਕਨ ਦੇ ਨਾਲ ਹੈਗਾ ਉੱਥੇ ਅਸੀਂ ਉਹਨੂੰ ਛੱਡ ਕੇ ਆਏ। ਉਹਨੇ ਸਾਰਾ ਕੁਝ ਦੱਸਿਆ ਵੀ ਜੋ ਕੁਝ ਵੀ ਹੋਇਆ। ਤੇ ਜਾਣੀ ਕਹਿਣ ਦਾ ਮਤਲਬ ਜਦੋਂ ਫਿਰ ਆਹ ਸਾਰਾ ਕੁਝ ਹੁਣ ਟੁੱਟਿਆ ਹੋਇਆ ਤੁਸੀਂ ਦੇਖਿਆ, ਸਾਰੇ ਹਾਲਾਤ ਦੇਖੇ ਨੇ। ਅਸੀਂ ਦੇਖ ਰਹੇ ਹਾਂ, ਤੁਸੀਂ ਦੱਸਿਆ ਕਿ ਪੁਲਿਸ ਵੀ ਆਈ, ਉਹ ਵੀ ਲਾਚਾਰ ਰਹੀ, ਉਹਨੇ ਵੀ ਕੋਈ ਐਕਸ਼ਨ ਨਹੀਂ ਲਿਆ। ਤੁਸੀਂ MPs ਨੂੰ ਸਭ ਨੂੰ ਲੈਟਰ ਲਿਖਿਆ, ਉਹਦਾ ਵੀ ਕੋਈ ਖਾਸ ਤੁਹਾਨੂੰ ਰਿਸਪੌਂਸ ਨਹੀਂ ਮਿਲਿਆ। ਟੈਨੈਂਟ ਬੋਰਡ ਕੋਲ ਹੁਣ ਤੁਸੀਂ ਅਪੀਲ ਕੀਤੀ ਹੋਈ ਆ, ਤੁਹਾਨੂੰ ਲੱਗ ਰਿਹਾ ਕਿ ਉੱਥੋਂ ਕੋਈ ਨਾ ਕੋਈ ਇਨਸਾਫ ਮਿਲੂਗਾ ਤੁਹਾਨੂੰ? ਦੇਖੋ ਜਿਹੜਾ ਕੋਰਟ ਹੁੰਦਾ, ਕੋਰਟ ਦਾ ਤਾਂ ਆਸ ਰੱਖੀ ਜਾਂਦੀ ਆ ਵੀ ਸਾਨੂੰ ਇਨਸਾਫ ਦੇ ਲਈ ਉੱਥੇ ਜਾਂਦਾ ਬੰਦਾ ਆਵਾਜ਼ ਚੱਕਣ। ਦੇਖੋ ਜੇ ਅਸੀਂ ਕੋਰਟ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਹਾਂ ਤਾਂ ਆਸ ਹੈਗੀ ਜੇ ਵੀ ਉੱਥੋਂ ਇਨਸਾਫ ਮਿਲੂਗਾ। ਪਰ ਜਿੱਦਾਂ ਦੇ ਅੱਜ ਦੇ ਹਾਲਾਤ ਨੇ ਕੋਵਿਡ ਕਰਕੇ, ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਨਸਾਫ ਮਿਲੂਗਾ। ਪਰ ਅਸੀਂ ਦੇਖ ਰਹੇ ਹਾਂ ਕਿ ਇਕੱਲੀ ਤੁਹਾਡੀ ਨਹੀਂ, ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਆਪਣੇ ਟੈਨੈਂਟਸ ਤੋਂ ਪ੍ਰੋਬਲਮ ਹੋਈ ਆ। ਪਰ ਇੱਕ ਕੋਵਿਡ ਦਾ ਬਹਾਨਾ ਲਗਾ ਕੇ ਸਭ ਨੇ ਇਸ ਚੀਜ਼ ਦਾ ਬੜਾ ਐਡਵਾਂਟੇਜ ਚੁੱਕਿਆ। ਸੋ ਹੁਣ ਤੁਹਾਨੂੰ ਟੈਨੈਂਟ ਬੋਰਡ ਦੇ ਵਿੱਚ ਕੰਪਲੇਂਟ ਕੀਤਿਆਂ ਨੂੰ ਕਿੰਨਾ ਚਿਰ ਹੋ ਗਿਆ ਕਿ ਤੁਸੀਂ ਵੇਟ ਕਰ ਰਹੇ ਹੋ ਨੈਕਸਟ ਡੇਟ? 10 ਮਹੀਨੇ ਹੋ ਗਏ। ਹਾਂਜੀ 10 ਮਹੀਨੇ ਹੋ ਗਏ। 10 ਮਹੀਨਿਆਂ ਬਾਅਦ ਫਿਰ ਅਸੀਂ ਵਕੀਲ ਵੀ ਕੀਤਾ ਹੋਇਆ, ਸਾਰਾ ਕੁਝ ਕੀਤਾ ਹੋਇਆ। 10 ਮਹੀਨਿਆਂ ਤੋਂ ਬਾਅਦ ਹੁਣ ਡੇਟ ਆਈ ਸੀ, ਉਹ ਡੇਟ ਤੋਂ ਪਹਿਲਾਂ ਹੀ ਭੱਜ ਗਏ। ਘਰ ਦਾ ਹੁਣ ਜੋ ਹਾਲ ਕੀਤਾ ਹੋਇਆ ਵਾ ਇਸ ਵਕਤ ਅਸੀਂ ਦੇਖ ਸਕਦੇ ਹਾਂ, ਬਹੁਤ ਇਹਨੂੰ ਡੈਮੇਜ ਨੂੰ ਸੈੱਟ ਕਰਨ ਦੇ ਵਿੱਚ ਤੁਹਾਨੂੰ ਬਹੁਤ ਤੁਹਾਡੀ ਕਮਾਈ ਲੱਗ ਜਾਣੀ ਆ। ਸੋ ਹੁਣ ਕੀ ਸੋਚ ਰਹੇ ਹੋ ਉਸ ਤੋਂ ਬਾਅਦ ਇਹਨੂੰ ਦੁਬਾਰਾ ਰੈਂਟ ਤੇ ਦੇਣ ਬਾਰੇ ਸੋਚ? ਨਾ ਜੀ ਨਾ, ਮੈਂ ਤਾਂ ਆਪਣੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਰੈਂਟ ਤੇ ਦੇਣ ਤੋਂ ਪਹਿਲਾਂ ਤੁਸੀਂ 100 ਵਾਰੀ ਸੋਚੋ ਵੀ ਰੈਂਟ ਅਸੀਂ ਕਿਹਨੂੰ ਦੇਣ ਲੱਗੇ ਆ ਤੇ ਕਿਉਂ ਦੇਣ ਲੱਗੇ ਆ। ਮੈਂ ਇਸ ਹੁਣ ਪ੍ਰਾਪਰਟੀ ਨੂੰ ਵੇਚ ਕੇ ਮੈਂ ਆਪਣੀ ਨਿਗਰਾਨੀ ਦੇ ਵਿੱਚ ਆਪਣਾ ਕੋਲ ਰਹੂੰਗਾ। ਬਸ ਸਿਰਫ ਆਪਣੇ ਲਈ ਹੁਣ ਪ੍ਰਾਪਰਟੀ ਰੱਖਣੀ ਆ। ਇਹ ਮੈਂ ਇਹਨੂੰ ਠੀਕ ਕਰਾ ਕੇ ਤੇ ਵੇਚ ਦੇਣੀ ਆ। ਤੇ ਮੈਨੂੰ ਇੰਨਾ ਕੁ ਮੈਂ ਇਸ ਕਰਕੇ ਆਪ ਜੀ ਨੂੰ ਬੁਲਾਇਆ ਵੀ ਕਿਉਂਕਿ ਜੇ ਮੈਂ ਤੁਹਾਨੂੰ ਫੋਟੋਆਂ ਭੇਜਦਾ, ਅਗਲੇ ਨੇ ਕਹਿਣਾ ਸੀਗਾ ਜੀ ਆਹ ਦੇਖੋ ਇਹਨਾਂ ਨੇ ਤਾਂ ਝੂਠ ਬੋਲਦਾ, ਕਿਉਂਕਿ ਮੋਸਟਲੀ ਕੋਈ ਵਿਸ਼ਵਾਸ ਨਹੀਂ ਕਰਦਾ। ਤੇ ਹੁਣ ਤੁਹਾਡੇ ਸਾਹਮਣੇ ਹੈ ਸਾਰਾ ਕੁਝ। ਤੇ ਇੱਦਾਂ ਦੇ ਹਾਲਾਤਾਂ ਦੇ ਵਿੱਚ ਜੇ ਇਹ ਬਰੰਪਟਨ ਦੇ ਹਾਲਾਤ ਦਿਨੋਂ ਦਿਨ ਬਹੁਤ ਜ਼ਿਆਦਾ ਵਿਗੜਦੇ ਪਏ ਆ। ਇੱਦਾਂ ਦੇ ਹਜ਼ਾਰਾਂ ਹੀ ਕੇਸ ਨੇ। ਅਗਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਕਿਸੇ ਨਾ ਕਿਸੇ ਦੁਰਘਟਨਾ ਦੇ ਛੇਤੀ ਉਹ ਨਿਊਜ਼ ਮਿਲੂ। ਕਿਉਂਕਿ ਜਦੋਂ ਬੰਦਾ ਡਿਪਰੈਸ ਹੋ ਜਾਂਦਾ, ਸਟ੍ਰੈਸ ਦੇ ਵਿੱਚ ਹੋ ਜਾਂਦਾ, ਉਹ ਕੋਈ ਨਾ ਕੋਈ ਕਦਮ ਇਹੋ ਜਿਹਾ ਚੱਕ ਲੈਂਦਾ। ਜੇ ਸਟ੍ਰੈਸ ਵਾਲੇ ਬੰਦੇ ਦੀ ਕੋਈ ਸਜ਼ਾ ਨਹੀਂ, ਭਾਵੇਂ ਉਹ 1 ਕਤਲ ਕਰ ਦੇਵੇ, ਭਾਵੇਂ 10 ਕਤਲ ਕਰ ਦੇਵੇ, ਸਜ਼ਾ ਹੈ ਨਹੀਂ। ਤੇ ਸਟ੍ਰੈਸ ਦੇ ਵਿੱਚ ਨਾ ਕਿਸੇ ਨੂੰ ਕੋਈ ਪੁੱਛਦਾ ਹੀ ਆ। ਤੇ ਇਸ ਕਰਕੇ ਚਲੋ ਮੈਨੂੰ ਤਾਂ ਐ ਹੋ ਗਿਆ ਵੀ ਮੈਂ ਆਪਣਾ ਨੂੰ ਸਬਰ ਦਾ ਘੁੱਟ ਭਰ ਲਿਆ। ਜਾਂ ਕਹਿ ਲਓ ਵੀ ਜਿਹੜੇ ਬੰਦੇ ਥੋੜ੍ਹਾ ਜਿਹਾ ਰੱਬ ਨੂੰ ਮੰਨਦੇ ਆ ਤੇ ਅਸੀਂ ਉਹਦੇ ਤੇ ਭਰੋਸਾ ਕਰ ਲੈਂਦੇ ਵੀ ਮਹਾਰਾਜ ਠੀਕ ਹੀ ਕਰੂਗਾ। ਕਈ ਵਾਰੀ ਕੋਈ ਇਹੋ ਜਿਹਾ ਸਿਰ ਫਰੇ ਨਾਲ ਪੰਗਾ ਪੈ ਗਿਆ ਤੇ ਤੁਸੀਂ ਹਾਲਾਤ ਤੁਹਾਡੇ ਸਾਹਮਣੇ ਆ। ਇਹ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਉਹ ਪਤਾ ਨਹੀਂ ਕੀ ਕਰ ਦਿੰਦਾ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਐਵੇਂ ਦੇ 1-2 ਕੇਸਿਸ ਹੁੰਦੇ ਆ, ਬਾਕੀਆਂ ਨੂੰ ਵੀ ਬਦਨਾਮ ਕਰਦੇ ਆ? ਬੰਦਾ 100 ਵਾਰੀ ਹੁਣ ਸੋਚਦਾ ਹੈ ਕਿ ਕਿਸੇ ਨੂੰ ਰੈਂਟ ਤੇ ਦੇਣੀ ਆ ਕੋਈ ਚੀਜ਼, ਕਿਉਂਕਿ ਕਈ ਵਾਰੀ ਵਾਕਈ ਕੋਈ ਜ਼ਰੂਰਤਮੰਦ ਹੁੰਦਾ ਜਿਹਨੂੰ ਲੋੜ ਹੁੰਦੀ ਆ। ਇਹੋ ਜਿਹੇ ਕੇਸ ਜਦੋਂ ਸਾਹਮਣੇ ਆਉਂਦੇ ਆ, ਬਾਕੀਆਂ ਦਾ ਵੀ ਅਕਸ ਖਰਾਬ ਕਰਦੇ। ਹਾਂਜੀ ਬਿਲਕੁਲ ਤੁਹਾਡੀ ਗੱਲ 100% ਸਹੀ ਆ। ਬੰਦਾ ਇੱਕ ਗਲਤ ਬੰਦਾ, ਉਹ ਸਿਆਣੇ ਕਹਿੰਦੇ ਆ ਨਾ ਵੀ ਇੱਕ ਮੱਝ ਲਿਬੜੀ ਹੋਵੇ ਤਾਂ ਸਾਰੀਆਂ ਮੱਝਾਂ ਲਵੇੜ ਦਿੰਦੀ ਆ। ਤੇ ਇੱਕ ਗੰਦਾ ਬੰਦਾ ਉਹ ਸਾਰੀ ਕਮਿਊਨਿਟੀ ਦਾ ਨਾਮ ਬਦਨਾਮ ਕਰ ਦਿੰਦਾ। ਦੇਖੋ ਜਿੱਥੇ ਸਟੂਡੈਂਟ ਆ ਜਾਂਦੇ ਆ ਉੱਥੇ ਸਾਰੇ ਸਟੂਡੈਂਟ ਆ, ਸਾਰੇ ਮਾੜੇ ਨਹੀਂ ਹੈਗੇ, ਸਟੂਡੈਂਟ ਬਹੁਤ ਚੰਗੇ ਆ। ਤੁਸੀਂ ਯਕੀਨ ਕਰੋ, ਮੇਰੇ ਕੋਲ ਉੱਥੇ ਮੁੰਡੇ ਕੰਮ ਕਰਦੇ ਆ ਸਟੂਡੈਂਟ ਪਾਰਟ ਟਾਈਮ। ਉਹ ਐ ਅਨਬਲੀਵੇਬਲ ਕਿ ਮੈਨੂੰ ਹੋਣਾ ਜੀ ਕਿ ਮੈਨੂੰ ਐਂ ਲੱਗਦਾ ਹੁੰਦਾ ਕਈ ਵਾਰੀ ਮੇਰੇ ਪੁੱਤ ਨੇ, ਮੈਂ ਉਹਨਾਂ ਲਈ ਰੋਟੀ ਵੀ ਲੈ ਕੇ ਆਉਣਾ, ਇੰਨਾ ਪਿਆਰ ਕਰਦੇ ਆ। ਤੇ ਮੈਂ ਉਹਨਾਂ ਲਈ ਸਪੈਸ਼ਲ ਬੋਤਲਾਂ ਪਾਣੀ ਦੀਆਂ, ਚਾਹ ਪਾਣੀ, ਦੁੱਧ, ਮੈਂ ਕਹਿੰਦਾ ਹੁਣ ਪੁੱਤ ਤੁਸੀਂ ਖਾਓ ਪੀਓ। ਕਾਰਨ ਕੀ ਆ? ਇੰਨਾ ਪਿਆਰ ਦਿੰਦੇ ਆ। ਟਾਈਮ 'ਤੇ ਆਉਣਾ, ਟਾਈਮ 'ਤੇ ਜਾਣਾ, ਬੜੇ ਡਿਸਿਪਲਿਨ ਵਾਲੇ ਮੁੰਡੇ ਆ। ਪਰ ਹੁਣ ਕਈ ਵਾਰੀ ਕੋਈ ਇਹੋ ਜਿਹਾ ਗੰਦਾ ਬੰਦਾ ਨਿਕਲ ਜਾਂਦਾ, ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ, ਕਿਉਂਕਿ ਸ਼ਕਲਾਂ ਤੋਂ ਕਿਸੇ ਦੀ ਪਛਾਣ ਨਹੀਂ ਹੈ, ਕੌਣ ਚੰਗਾ ਤੇ ਕੌਣ ਮਾੜਾ।
ਹੈ ਨਾ, ਵਕਤ ਦੇ ਉੱਤੇ ਪਤਾ ਲੱਗਦਾ। ਉਹ ਵੀ ਮੈਨੂੰ ਉਦੋਂ ਪਤਾ ਲੱਗਿਆ, ਕਹਿੰਦਾ ਮੈਂ ਅਕਾਲੀ ਲੀਡਰ ਦਾ ਭਤੀਜਾ ਆ ਸਕਾ। ਫਿਰ ਮੈਨੂੰ ਪਤਾ ਲੱਗਿਆ ਵੀ ਇਹ ਬੰਦਾ ਕਿਉਂ ਇੰਨਾ ਆਕੜ ਰਿਹਾ। ਉਹੀ ਆਕੜੇ, ਬਾਕੀ ਨਹੀਂ ਸੀ ਕੋਈ ਆਕੜਦੇ। ਐਵੇਂ ਕਹਾਂ ਬਾਕੀਆਂ ਦਾ ਮੈਨੂੰ ਪਤਾ ਲੱਗਿਆ, ਉਹ ਕਹਿੰਦੇ ਜੀ ਅਸੀਂ ਕੋਟਾਂ ਕੱਟਾਂ ਦੇ ਚੱਕਰ 'ਚ ਨਹੀਂ ਪੈਣਾ। ਇਹਨੇ ਫਿਰ ਉਹਨੇ ਕਿਹਾ ਵੀ ਮੈਂ ਹੈਗਾ, ਵੀ ਤੁਸੀਂ ਚਿੰਤਾ ਨਾ ਕਰੋ, ਵੀ ਮੇਰੇ ਮਗਰ ਇਹਨੇ ਫਿਰ ਉਹਨਾਂ ਨੂੰ ਵੀ ਸਾਰਿਆਂ ਨੂੰ ਮਗਰ ਲਾ ਲਿਆ। ਅਤੇ ਉਹੀ ਸਾਰਾ ਆਹ ਤੋੜ ਭੰਨ ਕਰਕੇ ਉਹੀ ਗਿਆ ਵਾ। ਅਤੇ ਇਹ ਸਾਰੇ ਜਿਹੜੇ ਹਾਲਾਤ ਸੀਗੇ ਤੁਹਾਡੇ ਸਾਹਮਣੇ ਆ। ਸੋ ਮੈਂ ਆਪ ਜੀ ਦੇ ਮਾਧਿਅਮ ਦੇ ਥਰੂ ਸਾਡੇ ਜਿੰਨੇ ਵੀ MP ਨੇ, MPP ਨੇ, ਕੌਂਸਲਰ ਨੇ, ਜਾਂ ਸਾਡੇ ਮੇਅਰ ਸਾਹਿਬ ਨੇ, ਜਾਂ ਸਾਡੇ ਫੋਰਟ ਸਾਹਿਬ ਨੇ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਨੀ ਚਾਹੁੰਦਾ ਕਿ ਕਾਨੂੰਨ ਦੇ ਵਿੱਚ ਬਦਲਾਅ ਕੀਤਾ ਜਾਵੇ। ਕਿਉਂਕਿ ਜੇ ਇਹੀ ਹਾਲਾਤ ਰਹੇ, ਕਾਨੂੰਨ ਇੱਦਾਂ ਹੀ ਕੰਮ ਕਰਦਾ ਰਿਹਾ, ਪੁਲਿਸ ਵਾਲੇ ਇੱਦਾਂ ਹੀ ਕੰਮ ਕਰਦੇ ਰਹੇ, ਤਾਂ ਅਸੀਂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਰਹੇ ਹਾਂ। ਅਤੇ ਬਾਅਦ ਦੇ ਵਿੱਚ MPਆਂ ਨੇ ਵੀ ਰੌਲਾ ਪਾਉਣਾ, ਸਾਰੇ ਵੱਡੇ ਵੱਡੇ ਨੇਤਾਵਾਂ ਨੇ ਵੀ ਰੌਲਾ ਪਾਉਣਾ ਵੀ ਆਹ ਹੋ ਗਿਆ, ਪੁਲਿਸ ਵਾਲੇ ਵੀ ਕਹਿਣਗੇ ਵੀ ਆਹ ਮਾੜਾ ਹੋ ਗਿਆ, ਸਿਟੀ ਵਾਲੇ ਵੀ। ਫਿਰ ਅਸੀਂ ਕੀ ਕਰਦੇ, ਇੱਕ ਕਮਿਊਨਿਟੀ ਦਾ ਮੁੱਦਾ ਬਣਾ ਲੈਂਦੇ ਹਾਂ, ਹੈ ਨਾ। ਪਰ ਅਸੀਂ ਇਹ ਨਹੀਂ ਦੇਖਦੇ ਵੀ ਅਸੀਂ ਉਹ ਬੰਦੇ ਦੇ ਹਾਲਾਤ ਕੀ ਨੇ, ਵੀ ਉਹਨੇ ਕਿਉਂ ਕੀਤਾ। ਹੁਣ ਜੇ ਤੁਸੀਂ ਮੈਨੂੰ ਪੁੱਛ ਕੇ ਦੇਖੋ ਮੇਰੇ ਅੰਦਰ ਕੀ ਆ, ਕਿਸੇ ਨੂੰ ਨਹੀਂ ਪਤਾ। ਮੈਂ ਸ਼ਕਲ ਤੋਂ ਭੋਲਾ ਭਾਲਾ ਆ। ਮੈਨੇ ਇੰਨੀ ਕੁ ਸਟਰੈਸ ਦੇ ਵਿੱਚ, ਡਿਪਰੈਸ਼ਨ ਦੇ ਵਿੱਚ ਆ। ਮੇਰੀ ਵਾਈਫ ਨੇ ਉਹ ਮਾਈਗ੍ਰੇਨ ਦੀ ਮਰੀਜ਼ ਹੈਗੀ, ਅਤੇ ਮੈਂ ਉਹ ਇੰਨੀਆਂ ਕੁ ਉਹਨੇ ਗੋਲੀਆਂ ਖਾਧੀਆਂ 2-3 ਦਿਨ ਤੋਂ, ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਮੈਂ ਇੰਨੀਆਂ ਕੁ ਸਟਰੈਸ ਦੀਆਂ ਗੋਲੀਆਂ ਖਾ ਕੇ ਆਪਣੇ ਆਪ ਨੂੰ ਕਾਇਮ ਕਰ ਰਿਹਾ, ਅਤੇ ਬੰਦੇ ਮੈਨੂੰ ਹੌਸਲਾ ਦੇ ਰਹੇ ਵੀ ਜੌਲ ਸਾਹਿਬ ਕੁਛ ਨਹੀਂ ਕਰਨਾ, ਪਰਮਾਤਮਾ 'ਤੇ ਭਰੋਸਾ ਰੱਖ। ਇੱਦਾਂ ਕਰਕੇ ਬੰਦੇ ਮੈਨੂੰ ਹੌਸਲਾ ਦੇ ਕੇ, ਖਾਸ ਕਰਕੇ ਮੈਨੂੰ ਕਈ ਮੀਡੀਆ ਵਾਲੇ ਵੀਰ ਉਹ ਮੇਰੇ ਘਰੇ ਆਏ, ਅਤੇ ਉਹਨਾਂ ਨੇ ਇੰਨਾ ਕੁ ਹੌਸਲਾ ਦਿੱਤਾ, ਕਹਿੰਦੇ ਜੌਲ ਸਾਹਿਬ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਦੇਖੋ ਹੁਣ ਮੈਂ ਤੁਹਾਨੂੰ ਬੇਨਤੀ ਕੀਤੀ ਸਵੇਰੇ, ਤੁਸੀਂ ਆ ਗਏ, ਮੇਰਾ ਖੂਨ ਵੱਧ ਗਿਆ, ਮੇਰਾ ਹੌਸਲਾ ਹੋ ਗਿਆ ਵੀ ਨਹੀਂ, ਮੇਰੇ ਭੈਣ ਭਰਾ ਮੇਰੇ ਨਾਲ ਨੇ, ਮੇਰਾ ਮੀਡੀਆ ਮੇਰੇ ਨਾਲ ਆ, ਲੋਕ ਨਾਲ ਨੇ। ਪਰ ਜਿਨ੍ਹਾਂ ਦੇ ਚੱਕਰ ਦੇਖੋ, ਇਹਦਾ ਹੱਲ ਕੀ ਆ? ਇਹ ਮੇਰਾ ਇਕੱਲੇ ਦਾ ਨਹੀਂ ਹੈਗਾ, ਇੱਥੇ ਹਜ਼ਾਰਾਂ ਹੀ ਬੰਦੇ ਨੇ, ਕੱਲ੍ਹ ਕਿਸੇ ਹੋਰ ਨਾਲ ਵੀ ਹੋਊਗਾ। ਔਰ ਹਜ਼ਾਰਾਂ ਹੀ ਬੰਦੇ ਰੋ ਰੋ ਕੇ ਇੱਥੇ ਮੀਡੀਆ ਦੇਖ ਲਓ ਤੁਸੀਂ, ਤੁਹਾਡੇ ਆਉਂਦੀਆਂ। ਹੁਣ ਇਹਦਾ ਹੱਲ ਕੀ ਆ? ਹੱਲ ਇੱਕੋ ਹੀ ਆ, ਜਿਹੜਾ ਬੰਦਾ ਰੈਂਟ ਨਹੀਂ ਦਿੰਦਾ ਜਾਂ ਤੋੜ ਭੰਨ ਕਰਦਾ, ਉਹਨਾਂ ਨੂੰ ਸ਼ੈਲਟਰ ਹੋਮ ਦਿੱਤੇ ਜਾਣ। ਇੱਕ ਪਾਸੇ ਤਾਂ ਗੌਰਮੈਂਟ ਕਹਿ ਰਹੀ ਹੈ ਜੀ ਫਟਾਫਟ ਆ ਜਾਓ, ਜਿੰਨੇ ਆ ਸਕਦੇ ਹੋ, ਸਾਨੂੰ ਕਮਾਈ ਇੱਥੋਂ। ਪਰ ਉਹਨਾਂ ਨੂੰ ਰਹਿਣ ਸਹਿਣ ਦਾ ਵੀ ਤਰੀਕਾ ਦੱਸੋ ਵੀ ਕਿੱਦਾਂ ਕਿਸੇ ਦੇ ਘਰੇ ਰਹਿਣਾ। ਹੁਣ ਉਹਨਾਂ ਮੈਨੂੰ ਰੈਂਟ ਨਹੀਂ ਦਿੱਤਾ, ਜਿੰਨਾ ਮੇਰਾ ਨੁਕਸਾਨ ਕਰ ਗਏ। ਅਖੀਰ 'ਚ ਮੈਂ ਇਹੀ ਪੁੱਛਣਾ ਚਾਹੂੰਗੀ, ਜਿਹੜਾ ਇਹ ਸਾਰਾ ਕੁਝ ਕਰਕੇ ਗਏ ਨੇ ਇਸ ਵਕਤ, ਜੇਕਰ ਉਹ ਇਹ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹਿਣਾ? ਹਾਂਜੀ, ਮੈਂ ਉਹਨਾਂ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ। ਮੈਂ ਇੰਨਾ ਕੁ ਕਹਿਣਾ ਚਾਹੁੰਦਾ, ਜੋ ਤੁਸੀਂ ਕਰ ਗਏ, ਤੁਸੀਂ ਕਦੇ ਬੈਠ ਕੇ ਸੋਚੋ, ਕੱਲ੍ਹ ਨੂੰ ਤੁਸੀਂ ਵੀ ਕਰ ਲੈਣਾ। ਜੇ ਤੁਹਾਡੇ ਨਾਲ ਆਹ ਕੁਛ ਹੋਵੇ ਤੇ ਤੁਸੀਂ ਕੀ ਕਰੋਗੇ? ਮੈਂ ਤੁਹਾਨੂੰ ਇੱਥੇ ਹੀ ਬਸ ਇੰਨੀ ਕੁ ਗੱਲ ਕਹਿਣਾ ਚਾਹੁੰਦਾ, ਤੁਸੀਂ ਜੋ ਕਰਕੇ ਚੰਗਾ ਕਰ ਗਏ। ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ, ਪਰ ਮੈਂ ਇੱਕ ਜ਼ਰੂਰ ਆ ਕਿ ਕੱਲ੍ਹ ਨੂੰ ਤੁਸੀਂ ਵੀ ਇੱਥੇ ਰਹਿਣਾ। ਔਰ ਮੈਂ ਇਹ ਮੰਗ ਕਰਦਾ ਕਾਨੂੰਨ ਤੋਂ ਕਿ ਉਹਨਾਂ ਚਿਕਰ ਇਹਨਾਂ ਨੂੰ PR ਨਾ ਦਿੱਤੀ ਜਾਵੇ, ਜਿੰਨਾ ਚਿਕਰ ਮੇਰਾ ਨੁਕਸਾਨ ਦੀ ਭਰਪਾਈ ਨਹੀਂ ਕਰਦੇ। ਮੇਰਾ ਘਰ ਤੋੜਨ ਦਾ 25,000 ਦੇ ਕਰੀਬ ਰੈਂਟ ਆ, ਬਿੱਲ ਬੱਤੀਆਂ ਨੇ, ਉਹਨਾਂ ਦੀ ਭਰਪਾਈ ਨਹੀਂ ਕਰਦੇ, ਉਹਨਾਂ ਚਿਕਰ ਇਹਨਾਂ ਦੀ PR ਰੋਕੀ ਜਾਵੇ ਅਤੇ ਇਹਨਾਂ ਦੇ ਉੱਤੇ ਹਰਾਸਮੈਂਟ ਦਾ ਕੇਸ ਦਰਜ ਕੀਤਾ ਜਾਵੇ। ਕਿਉਂਕਿ ਜਿੰਨਾ ਚਿਕਰ ਇਹੋ ਜਿਹੇ ਬੰਦਿਆਂ ਦੇ ਉੱਤੇ ਕੋਈ ਕੇਸ ਨਾ ਪਵੇ ਜਾਂ ਕੋਈ ਗੱਲ ਨਾ ਬਣੇ, ਹੈ ਨਾ, ਪੁਲਿਸ ਨਾ ਕੋਈ ਰਿਪੋਰਟ ਲਿਖੇ, ਅਤੇ ਇਹਨਾਂ ਨੂੰ ਅਕਲ ਨਹੀਂ ਆਣੀ। ਅਤੇ ਜੇ ਇਹੀ ਹਾਲਾਤ ਚੱਲਦੇ ਰਹੇ, ਅੱਜ ਇੱਕ ਮੱਝ ਮਾੜੀ ਆ, ਉਹ ਸਾਰਿਆਂ ਨੂੰ ਮਾੜਾ ਕਰ ਦਿੰਦੀ ਹੈ। ਜੇ ਇੱਕ ਬੰਦੇ ਕਰਕੇ ਦੇਖਣ ਵਾਲੇ ਨੇ ਵੀ ਮੇਰਾ ਕੀ ਕਰ ਲਿਆ, ਅਗਲੇ ਨੇ ਦੂਜੇ ਨੇ ਵੀ ਕਹਿਣਾ ਮੇਰਾ ਕੀ ਕਰ ਲਿਆ। ਕੱਲ੍ਹ ਨੂੰ ਕਿਸੇ ਹੋਰ ਦਾ ਵੀ ਘਰ ਤੋੜਨਗੇ ਵੀ ਉਹਨੇ ਕੁਛ ਨਹੀਂ ਕੀਤਾ, ਹੈ ਨਾ। ਸੋ ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਇਹੋ ਜਿਹੇ ਲੋਕਾਂ ਤੋਂ ਬਚੋ। ਔਰ ਇੱਕ ਕਾਨੂੰਨ, ਜਿੱਦਾਂ ਕਿ ਅਸੀਂ ਇੱਥੇ ਰੈਕਡ ਚੈੱਕ ਕਰਦੇ ਹਾਂ, ਇੱਦਾਂ ਹੀ ਇੱਕ ਵੈਬਸਾਈਟ ਬਣਾਉਣ। ਜਿਹੜੇ ਬੰਦੇ ਡਿਫਾਲਟਰ ਨੇ, ਜਿਹੜੇ ਬੰਦੇ ਕਿਸੇ ਨੂੰ ਰੈਂਟ ਨਹੀਂ ਦਿੰਦੇ, ਤੋੜ ਭੰਨ ਕਰਦੇ, ਉਹਨਾਂ ਦੀ ਇੱਕ ਵੈਬਸਾਈਟ ਬਣਾਉਣ ਅਤੇ ਉੱਥੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਣ, ਤਾਂ ਕਿ ਜਿਹੜੇ ਬੰਦੇ ਨੇ ਘਰ ਦੇਣਾ ਪਹਿਲਾਂ ਉਹ ਵੈਬਸਾਈਟ ਚੈੱਕ ਕਰੇ, ਉਹਨਾਂ ਦਾ ਰੈਕਡ ਚੈੱਕ ਕਰੇ, ਅਤੇ ਫਿਰ ਅੱਗੇ ਘਰ ਰੈਂਟ 'ਤੇ ਦੇਣ। ਅਤੇ ਇਹੋ ਜਿਹੇ ਬੰਦਿਆਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਵੇ। ਅਤੇ ਮੈਂ ਇਹੀ ਕਹਿਣਾ ਚਾਹੁੰਦਾ, ਭਾਈ ਇਹੋ ਜਿਹੇ ਲੋਕਾਂ ਤੋਂ ਬਚੋ। ਅਤੇ ਇੰਨਾ ਕਹਿੰਦਾ ਹੋਇਆ ਭੁੱਲਾਂ ਚੁੱਕਾਂ ਦੀ ਮਾਫੀ। ਮੈਂ ਸੁਰਿੰਦਰ ਸਿੰਘ ਜੋਹਲ, 44 ਰੂਥ ਐਵੀਨਿਊ, ਬਰੰਪਟਨ ਤੋਂ। ਧੰਨਵਾਦ। ਸੋ ਦੋਸਤੋ, ਤੁਸੀਂ ਦੇਖਿਆ ਕਿ ਇਸ ਵਕਤ ਅਸੀਂ ਘਰ ਦੇ ਵਿੱਚ ਆ ਕੇ ਦੇਖਿਆ ਜੋ ਹਾਲਾਤ ਨੇ, ਜਿਨ੍ਹਾਂ ਹਾਲਾਤਾਂ 'ਚੋਂ ਇਸ ਵਕਤ ਜੋਹਲ ਸਾਹਿਬ ਲੰਘ ਰਹੇ ਨੇ। ਸਭ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਅਸੀਂ ਘਰ ਲੈਂਦੇ ਹਾਂ, ਇੱਕ ਵਾਰੀ ਸਾਰੀ ਪਿੱਛੋਂ ਬੈਕਗਰਾਊਂਡ ਚੈੱਕ ਜ਼ਰੂਰ ਕਰੋ, ਤਾਂ ਕਿ ਮੁੜ ਕੇ ਕੋਈ ਹੋਰ ਇਸ ਤਰ੍ਹਾਂ ਨਾਲ ਇਹਨਾਂ ਹਾਲਾਤਾਂ 'ਚੋਂ ਨਾ ਲੰਘੇ। ਸੋ ਖਾਸ ਤੌਰ 'ਤੇ ਇੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਅਪੀਲ ਹੈ, ਆਪਣਾ ਮੁਲਕ ਛੱਡ ਕੇ ਆਏ ਹੋ, ਇੱਥੇ ਵਧੀਆ ਕਰੀਅਰ ਬਣਾਉਣ ਲਈ ਆਏ ਹੋ, ਆਪਦੀ ਵਧੀਆ ਭਵਿੱਖ ਲਈ ਆਏ ਹੋ, ਅਜਿਹੇ ਹਾਲਾਤਾਂ ਤੋਂ ਬਚੋ। ਜੇਕਰ ਕਮਿਊਨਿਟੀ ਤੁਹਾਡੀ ਸਪੋਰਟ ਕਰ ਰਹੀ ਹੈ ਤਾਂ ਤੁਹਾਨੂੰ ਵੀ ਉਹਨਾਂ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ। ਸੋ ਇੱਥੇ ਵਧੀਆ ਭਵਿੱਖ ਬਣਾਉਣ ਆਏ ਹੋ, ਇੱਥੋਂ ਦੇ ਨਾਗਰਿਕ ਬਣਨਾ, ਤੁਸੀਂ ਇੱਥੋਂ ਦੇ ਰੂਲਸ ਰੈਗੂਲੇਸ਼ਨਸ ਨੂੰ ਅਪਣਾਓ, ਅਜਿਹੇ ਹਾਲਾਤਾਂ ਤੋਂ ਬਚੋ। ਇਸ ਦੇ ਨਾਲ ਹੀ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।